ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਤੁਮ ਦਾਤੇ ਠਾकुर ਪ੍ਰਤਪਾਲਕ ਨਾਇਕ ਕਸਮ ਹਮਾਰੇ। निमख निमख तुम ही प्रतिपालो, हम बारिक तुमरे धारे। जिह्वाए कवन गुण कहिए, बेशुमार बेअंत स्वामी। तेरो अंत न के नहीं लगी। कोट पराध हमारे खंड हो, अनक विधि समझावो। हम अज्ञान अल्प मत थोरी, तुम अपन बिरध रखावो। मैं मूर्ख की केतक बात है, खोट पराधी धरिया रे। गुरु नानक जिन सुनिया पिकिया, से फिर गर भास न परया रे। मन रे छाटो परम प्रगट हुए, नाचो या माया के ढांडे। सूर के सन मुख रन ते डर पै, सती के सांचे भांडे। डगमग छाड़ रे डगमग छाड़ रे मन बोरा। अब तो जरे मरे सिद्ध पाइए, लीनो हाथ संदौरा। अब तो जरे मरे सिद्ध पाइए, लीनो हाथ संदौरा। परम सम्मान योग जुगो जुग अटल चवर छतर तख्त दे मालक, गुरता गद्दी उपर सुभाईमान सतगुरु ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਤਿਨਾਂ ਦੀ ਪਾਵਨ ਪਵਿੱਤਰ ਅਤੇ
ਨਿੱਗੀ ਗੋਦ ਦਾ ਆਨੰਦ ਮਾਣ ਰਹੇ। ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰੂ ਜੀ ਨੇ ਅਪਾਰ ਕਿਰਪਾ ਰਹਿਮਤ ਕੀਤੀ ਹੈ। ਸਤ ਸੰਗਤ ਦੀਆਂ ਅਮੋਲਕ ਘੜੀਆਂ ਸਾਡੀ ਝੋਲੀ ਦੇ ਵਿੱਚ ਪਾਈਆਂ ਨੇ। ਭਾਵੇਂ ਕਿ ਠੰਡ ਦਾ ਮੌਸਮ ਹੈ ਤੇ ਮੈਂ ਦੇਖ ਰਿਹਾ ਸੀ ਵੀ ਆਪਾਂ ਹੋ ਸਕਦਾ ਦਿਮਾਗ ਦੇ ਵਿੱਚੋਂ ਉਹਨਾਂ ਸ਼ਹੀਦੀ ਦਿਹਾੜਿਆਂ ਨੂੰ ਕਿਤੇ ਨਾ ਕਿਤੇ ਕੱਢ ਦਿੰਦੇ ਹੋਈਏ। ਹੋ ਸਕਦਾ ਆਪਣੀ ਜਿਹੜੀ ਸੁਰਤ ਹੈ ਉਹ ਕਿਤੇ ਨਾ ਕਿਤੇ ਆਪਣੇ ਸ਼ਹੀਦਾਂ ਨੂੰ ਵਿਸਾਰ ਦਿੰਦੀ ਹੋਵੇ। ਪਰ ਕਮਾਲ ਦੀ ਗੱਲ, ਕੁਦਰਤ ਨਹੀਂ ਭੁੱਲਦੀ। ਬਾਰਿਸ਼ ਦੀਆਂ 4 ਬੂੰਦਾਂ ਡਿੱਗੀਆਂ, ਠੰਡੀ ਹਵਾ ਚੱਲੀ, 4 ਕੱਪੜੇ 5 ਕੱਪੜੇ ਪਹਿਨਣ ਦੇ ਬਾਵਜੂਦ ਵੀ ਉਹ ਹਵਾ ਸਰੀਰ ਨੂੰ ਚੀਰਦਿਆਂ ਹੋਇਆਂ ਵਿੱਚ ਦੀ ਲੰਘ ਰਹੀ ਸੀ, ਕੰਬਣੀਆਂ ਛਿੜ ਰਹੀਆਂ ਸੀ। ਸੁਰਤ ਨੂੰ ਇਕਾਗਰ ਕਰਕੇ ਲੈ ਕੇ ਚੱਲੀਏ ਉਸ ਸਰਹੰਦ ਦੀ ਧਰਤੀ ਦੇ ਉੱਤੇ, ਜਿੱਥੇ ਵਜ਼ੀਰ ਖਾਂ ਕਚਹਿਰੀ ਦੇ ਵਿੱਚੋਂ ਇਹ ਹੁਕਮ ਦਿੰਦਾ ਹੈ ਕਿ ਜਿਹੜੇ ਇਹ ਸਾਹਿਬਜ਼ਾਦੇ ਨੇ ਨਿੱਕੇ ਔਰ ਇਹਨਾਂ ਦੇ ਨਾਲ ਜਿਹੜੀ ਬਜ਼ੁਰਗ ਮਾਤਾ ਹੈ, ਇਹਨਾਂ ਨੂੰ ਠੰਡੇ ਬੁਰਜ ਦੇ ਵਿੱਚ ਕੈਦ ਕਰ ਦਿਓ। ਸੋ ਇਤਿਹਾਸਕ ਲੜੀ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਹੋਈਏ ਮਨੋਬਿਰਤੀਆਂ ਕਰਕੇ ਇਕਾਗਰ, ਸੁਰਤ ਦੇ ਉੱਪਰ ਪਕੜ ਬਣਾਈਏ, ਸਰੀਰਕ ਰੂਪ ਵਿੱਚ ਸਾਵਧਾਨ ਹੋਈਏ। ਬੁਲਾਓ ਫਤਿਹ ਦਿਓ ਅਸੀਸ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਸਾਰੇ ਰਲ ਮਿਲ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਜ਼ੀਰ ਖਾਨ ਨੇ ਜਿਸ ਠੰਡੇ ਬੁਰਜ ਵਿੱਚ ਕੈਦ ਰੱਖਣ ਦੇ ਲਈ ਸਾਹਿਬਜ਼ਾਦਿਆਂ ਨੂੰ ਕਿਹਾ ਹੈ, ਜੇਕਰ ਇਹਨਾਂ ਪਿਛੋਕੜ ਦੇਖੀਏ ਨਾ, ਸਰਹੰਦ ਸ਼ਹਿਰ ਜਿੱਥੇ ਅੱਜ ਵਸਿਆ ਹੋਇਆ ਹੈ, ਪੁਰਾਤਨ ਸਮੇਂ ਦੇ ਵਿੱਚ ਇਹ ਸ਼ਹਿਰ ਇੱਥੇ ਨਹੀਂ ਸੀ ਵਸਿਆ ਹੋਇਆ। ਜਿਸ ਅਸਥਾਨ ਦੇ ਉੱਪਰ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੁੰਦੀ ਹੈ, ਉਹ ਜਿਹੜੀ ਜਗ੍ਹਾ ਹੈ, ਉਸ ਜਗ੍ਹਾ ਦੇ ਉੱਪਰ, ਉਸ ਥਾਂ ਦੇ ਉੱਪਰ ਜਿਹੜਾ ਵਜ਼ੀਰ ਖਾਂ ਹੈ, ਉਹਦਾ ਆਪਣਾ ਦਰਬਾਰ ਉੱਥੇ ਲੱਗਦਾ ਸੀ। ਉੱਥੇ ਜਿਸ ਕਚਹਿਰੀ ਦੇ ਵਿੱਚ ਸਾਹਿਬਜ਼ਾਦਿਆਂ ਨੂੰ ਪੇਸ਼ ਕੀਤਾ ਜਾਂਦਾ ਸੀ, ਉਹ ਉਸ ਜਗ੍ਹਾ ਦੇ ਉੱਪਰ ਸੀ। ਜਿਸ ਸਮੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸਰਹੰਦ ਨੂੰ ਉਜਾੜਿਆ, ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਗਈ, ਉਸ ਤੋਂ ਬਾਅਦ ਜਦੋਂ ਦੁਬਾਰਾ ਸਰਹੰਦ ਸ਼ਹਿਰ ਵਸਿਆ ਤੇ ਥੋੜਾ ਇੱਕ ਪਾਸੇ ਨੂੰ ਹੋ ਕੇ ਵਸਿਆ, ਇੱਕ ਸਾਈਡ ਨੂੰ ਹੋ ਗਿਆ। ਪਹਿਲਾਂ ਉਹ ਜਿਹੜੇ ਅਸਥਾਨ ਸਨ ਉਹ ਬਿਲਕੁਲ ਸ਼ਹਿਰ ਦੇ ਵਿਚਕਾਰ ਸਨ, ਚਾਰੇ ਪਾਸੇ ਆਲੇ ਦੁਆਲੇ ਸ਼ਹਿਰ ਫੈਲਿਆ ਹੋਇਆ ਸੀ ਤੇ ਇਸ ਸ਼ਹਿਰ ਦੇ ਚਾਰੇ ਪਾਸੇ ਇੱਕ ਕਿਲੇ ਦੇ ਵਾਂਗੂ 4 ਦੀਵਾਰੀ ਜਿਹੜੀ ਉਹ ਕੀਤੀ ਹੋਈ ਸੀ। ਉਸ 4 ਦੀਵਾਰੀ ਦੇ ਵਿੱਚ 40 ਮੀਨਾਰ ਸਨ ਉਸ ਸਮੇਂ, 40 ਮੀਨਾਰ, ਜਿਨ੍ਹਾਂ ਨੂੰ ਆਪਾਂ ਆਮ ਭਾਸ਼ਾ ਵਿੱਚ ਬੁਰਜ ਕਹਿ ਲਈਏ, ਮੀਨਾਰ ਕਹਿ ਲਈਏ, ਜਾਂ ਉਹਨਾਂ ਨੇ ਫੌਜੀ ਪ੍ਰਬੰਧ ਦੇ ਤਹਿਤ ਸੁਰੱਖਿਆ ਨੂੰ ਮੁੱਖ ਰੱਖਦਿਆਂ ਹੋਇਆਂ ਮੋਰਚੇ ਜਿਹੜੇ ਬਣਾਏ ਹੋਏ ਸਨ, ਬੁਰਜ ਬਣਾਏ ਹੋਏ ਸਨ, 40 ਸਨ। ਇਹਨਾਂ ਦੇ ਵਿੱਚੋਂ ਇੱਕ ਸੀ ਜਿਹਨੂੰ ਅਸੀਂ ਠੰਡਾ ਬੁਰਜ ਕਹਿੰਦੇ ਆ, ਤੇ ਇਹਦੇ ਬਾਰੇ ਇਤਿਹਾਸਕਾਰਾਂ ਨੇ ਜ਼ਿਕਰ ਕੀਤਾ। ਕਹਿੰਦੇ ਇਹ ਬੁਰਜ ਜਿਹੜਾ ਸੀ ਨਾ, ਸਰਹੰਦ ਦੇ ਨਜ਼ਦੀਕ ਦੀ ਇੱਕ ਮੌਸਮੀ ਨਦੀ ਲੰਘਦੀ ਸੀ, ਜਿਹਦੇ ਵਿੱਚ ਪਾਣੀ ਹਰ ਸਮੇਂ ਭਰਿਆ ਰਹਿੰਦਾ ਸੀ, ਤੇ ਉਹ ਪਾਣੀ ਹੈ ਜਿਹੜਾ, ਉਹ ਪਾਣੀ ਦੇ ਉੱਪਰ ਦੀ ਇਹ ਬੁਰਜ ਬਣਾਇਆ ਗਿਆ ਸੀ।
ਵਿੱਚ ਦੀ ਉਹਦੇ ਪਾਣੀ ਲੰਘਦਾ ਸੀ। ਅੱਜ ਵੀ ਤੁਸੀਂ ਕਿਤੇ ਆਗਰੇ ਜਾਓ ਜਾਂ ਦਿੱਲੀ ਜਾਓ ਤਾਂ ਤੁਸੀਂ ਦੇਖੋਗੇ ਦਿੱਲੀ ਦੇ ਵਿੱਚ ਜਿਹੜੇ ਪੁਰਾਤਨ ਰਾਜਿਆਂ ਦੇ ਮਹਿਲ ਬਣਾਏ ਹੋਏ ਨੇ, ਉਹਨਾਂ ਦੇ ਥੱਲੇ ਦੀ ਨਾ ਉਹਨਾਂ ਨੇ ਯਮਨਾ ਦਾ ਜਿਹੜਾ ਪਾਣੀ ਹੈ ਉਹ ਕੱਢਿਆ ਹੋਇਆ ਤਾਂ ਕਿ ਗਰਮੀ ਦੀ ਰੁੱਤ ਦੇ ਵਿੱਚ ਉਹ ਜਿਹੜੇ ਕਮਰੇ ਨੇ ਉਹ ਠੰਡੇ ਰਹਿਣ, ਠੰਡਕ ਰਵੇ। ਹੁਣ ਇਹ ਸਰਹੰਦ ਦਾ ਜਿਹੜਾ ਬੁਰਜ ਹੈ ਨਾ, ਇਹਦੇ ਥੱਲੇ ਦੀ ਪਾਣੀ ਕੱਢਿਆ ਹੋਇਆ, ਉਹ ਪਾਣੀ ਦੇ ਕਾਰਨ ਹਵਾ ਜਿਹੜੀ ਹੈ ਇਹਦੇ ਚਾਰੇ ਪਾਸੇ ਜਦੋਂ ਘੁੰਮਦੀ ਹੈ, ਘੁੰਮਦੀ ਉੱਪਰ ਨੂੰ ਚੜ੍ਹਦੀ ਹੈ ਤੇ ਉਹ ਸਾਰੇ ਬੁਰਜ ਨੂੰ ਸ਼ੀਤ ਕਰ ਜਾਂਦੀ ਹੈ। ਤੇ ਇਹਦੇ ਵਿੱਚ ਇੰਨੀ ਕੁ ਠੰਡਕ ਹੈ ਵੀ ਗਰਮੀ ਦੀ ਰੁੱਤ ਦੇ ਵਿੱਚ ਪੰਜਾਬ ਦੇ ਉਸ ਸਮੇਂ ਵੱਡੇ ਜਿਹੜੇ ਸੂਬੇ ਨੇ, ਇੱਕ ਲਾਹੌਰ, ਇੱਕ ਮਲੇਰਕੋਟਲਾ, ਤੀਸਰਾ ਜਿਹੜਾ ਸੂਬਾ ਹੈ ਉਹ ਹੈ ਸੂਬਾ ਸਰਹਿੰਦ। ਤੇ ਦਿੱਲੀ ਦੇ ਜਿਹੜੇ ਹੁਕਮਰਾਨ ਨੇ ਜਾਂ ਇਹਨਾਂ ਇਲਾਕਿਆਂ ਦੇ ਜਿਹੜੇ ਹੁਕਮਰਾਨ ਨੇ, ਇਹ ਗਰਮੀ ਦੀ ਰੁੱਤ ਦੇ ਵਿੱਚ ਸਰਹੰਦ ਦੀ ਧਰਤੀ ਦੇ ਉੱਪਰ ਆਉਂਦੇ ਨੇ। ਇਸ ਧਰਤੀ ਦੇ ਉੱਪਰ ਇਸ ਬੁਰਜ ਦੇ ਵਿੱਚ ਠੰਡਕ ਵਿੱਚ ਬੈਠ ਕੇ ਉਹਨਾਂ ਵੱਲੋਂ ਸ਼ਰਾਬ ਦੇ ਜਿਹੜੇ ਦੌਰ ਨੇ, ਸ਼ਰਾਬ ਦੇ ਜਿਹੜੇ ਜਾਮ ਨੇ, ਉਹ ਇਸ ਬੁਰਜ ਵਿੱਚ ਬੈਠ ਕੇ ਚਲਾਏ ਜਾਂਦੇ ਨੇ। ਜਿਹੜਾ ਬੁਰਜ ਹੁਣ ਗਰਮੀ ਦੀ ਰੁੱਤ ਵਿੱਚ ਇੰਨੀ ਠੰਡਕ ਵਾਲਾ ਹੋਵੇ ਤੇ ਸਰਦੀ ਦੀ ਰੁੱਤ ਦੇ ਵਿੱਚ ਉਹਦੇ ਤਾਪਮਾਨ ਦਾ ਆਪ ਹੀ ਅੰਦਾਜ਼ਾ ਲਾਓ ਵੀ ਕਿਹੜੀ ਸਥਿਤੀ ਦੇ ਵਿੱਚ ਉਹ ਹੋਏਗਾ, ਕਿਹੜੀ ਸਥਿਤੀ ਵਿੱਚ ਹੋਏਗਾ। ਸਰਦੀ ਦੀ ਰੁੱਤ ਦੇ ਵਿੱਚ ਅੱਤ ਦੀ ਠੰਡਕ ਉਸ ਸਮੇਂ ਪੈਂਦੀ ਹੈ। ਮੈਂ ਕੱਲ ਵੀ ਬੇਨਤੀ ਕੀਤੀ ਸੀ, ਹੁਣ ਤੇ ਠੰਡ ਬੜੀ ਘਟ ਗਈ। ਜਿਹੜੇ ਬਜ਼ੁਰਗ ਨੇ ਨਾ, ਇਹਨਾਂ ਨੂੰ ਪੁੱਛ ਕੇ ਦੇਖੋ ਵੀ ਜਿਸ ਸਮੇਂ ਇਹ ਬਚਪਨ ਦੇ ਵਿੱਚ ਸਨ, ਜਵਾਨੀ ਵਿੱਚ ਸਨ, ਉਦੋਂ ਦੀ ਠੰਡ ਤੇ ਅੱਜ ਦੀ ਠੰਡ, ਅੱਜ ਤੋਂ 30-40 ਸਾਲ ਪਿੱਛੇ ਵੱਲ ਝਾਤੀ ਮਾਰੀਏ, ਬੜੀ ਠੰਡ ਹੈ ਜਿਹੜੀ ਉਹ ਪਿਆ ਕਰਦੀ ਸੀ। ਐਦਾਂ ਦਾ ਮਾਹੌਲ ਬਣ ਜਾਣਾ ਬੰਦੇ ਦਾ 2-2 ਰਜਾਈਆਂ ਲੈ ਕੇ ਵੀ ਜਿਹੜਾ ਨਿਗਾਸ ਨਿਗ ਨਹੀਂ ਸੀ ਬਣਦਾ। ਤੇ ਜੇ ਅਸੀਂ 300-350 ਸਾਲ ਮਗਰ ਜਾ ਕੇ ਸੋਚੀਏ ਤੇ ਕਿੰਨੀ ਠੰਡ ਉਸ ਸਮੇਂ ਹੈ ਜਿਹੜੀ ਪੈਂਦੀ ਹੋਏਗੀ, ਜਿਸ ਠੰਡ ਦੇ ਵਿੱਚ ਵਜ਼ੀਰ ਖਾਂ ਇਹ ਗੱਲ ਕਹਿੰਦਾ ਇਹਨਾਂ ਸਾਹਿਬਜ਼ਾਦਿਆਂ ਨੂੰ ਆਪਣੀ ਦਾਦੀ ਦੇ ਸਮੇਤ ਇਹ ਜਿਹੜਾ ਠੰਡਾ ਬੁਰਜ ਹੈ ਇਹਦੇ ਵਿੱਚ ਕੈਦ ਕਰ ਦੇ। ਕੱਪੜਾ ਨਹੀਂ ਕੋਈ ਦੇਣਾ ਇਹਨਾਂ ਨੂੰ, ਖਾਣ ਦੇ ਲਈ ਕੁਝ ਨਹੀਂ ਦੇਣਾ, ਇਹ ਨਾ ਕੁਝ ਖਾਣ ਨਾ ਕੁਝ ਉੱਪਰ ਲੈਣ ਦੇ ਲਈ ਇਹਨਾਂ ਨੂੰ ਮਿਲੇ। ਤੇ ਇਹ ਜਿਹੜੇ ਅੱਜ ਮੇਰੀ ਕਚਹਿਰੀ ਦੇ ਵਿੱਚ ਅੱਖਾਂ 'ਚ ਅੱਖਾਂ ਪਾ ਕੇ ਗੱਲਾਂ ਕਰਦੇ ਨੇ ਨਾ, ਇਹ ਤੇ ਕੱਲ ਨੂੰ ਸਵੇਰ ਹੋਣ ਦੀ ਉਡੀਕ ਕਰਨਗੇ। ਇਹ ਆਪ ਕਹਿਣਗੇ ਵੀ ਕਦੋਂ ਵਜ਼ੀਰ ਖਾਂ ਦੀ ਕਚਹਿਰੀ ਲੱਗੇ, ਕਦੋਂ ਵਜ਼ੀਰ ਖਾਂ ਦੇ ਸਾਹਮਣੇ ਸਾਨੂੰ ਪੇਸ਼ ਕੀਤਾ ਜਾਏ, ਕਦੋਂ ਜਿਹੜੀਆਂ ਵਜ਼ੀਰ ਖਾਂ ਦੀਆਂ ਮੰਗਾਂ ਨੇ ਜਿਹੜੀਆਂ ਉਹ ਮੰਗਾਂ ਨੂੰ ਮੰਨਿਆ ਜਾਏ। ਕਿਸੇ ਨਾ ਕਿਸੇ ਢੰਗ ਤਰੀਕੇ ਨਾਲ ਇਹ ਡੋਲ ਜਾਣਗੇ। ਕੱਲ ਨੂੰ ਇੰਨੀ ਭਿਆਨਕ ਰਾਤ ਜਦੋਂ ਇਹਨਾਂ ਦੇ ਉੱਤੇ ਆਈ, ਇੰਨੀ ਭਿਆਨਕ ਰਾਤ ਜਦੋਂ ਉੱਪਰ ਆਈ, ਹੁਣ ਵਜ਼ੀਰ ਖਾਂ ਹੁਕਮ ਦੇ ਕੇ ਦਰਬਾਰ ਸਮਾਪਤ ਕਰਦਾ ਹੈ। ਸਿਪਾਹੀ ਨੇ ਜਿਹੜੇ ਉਹ ਬੱਚਿਆਂ ਨੂੰ ਕਚਹਿਰੀ ਤੋਂ ਬਾਹਰ ਲੈ ਕੇ ਆਏ, ਆਪਣੇ ਨਾਲ ਉਸ ਠੰਡੇ ਬੁਰਜ ਦੇ ਉੱਪਰ ਲੈ ਗਏ। ਥੱਲੋਂ ਇਹ ਬਹੁਤ ਚੌੜਾ ਸੀ, ਉੱਪਰ ਨੂੰ ਜਾਂਦਿਆਂ ਇਹਦਾ ਸਾਈਜ਼ ਜਿਹੜਾ ਘਟਦਾ ਜਾਂਦਾ ਸੀ। ਸਿਖਰ ਦੇ ਉੱਤੇ ਲੈ ਗਏ। ਸਿਖਰ ਦੇ ਉੱਤੇ ਜੋ ਮਮਟੀ ਬਣੀ ਹੋਈ ਹੈ, ਜਿਹਦੇ ਚਾਰ ਪਾਸੇ ਥਮੀਆਂ ਨੇ, ਹਵਾ ਆਰ ਪਾਰ ਹੁੰਦੀ ਹੈ, ਉਸ ਚੁਬਾਰੇ ਦੇ ਵਿੱਚ, ਉਸ ਮਮਟੀ ਦੇ ਵਿੱਚ ਜਾ ਕੇ ਸਾਹਿਬਜ਼ਾਦਿਆਂ ਨੂੰ ਔਰ ਬਜ਼ੁਰਗ ਜਿਹੜੀ ਦਾਦੀ ਹੈ ਉਹਨੂੰ ਬਾਹ ਦਿੱਤਾ। ਦਾਦੀ ਦੇ ਕੋਲ ਜੋ ਕੱਪੜੇ ਨੇ, ਉਹਨਾਂ ਕੱਪੜਿਆਂ ਦੇ ਨਾਲ ਉਹ ਕੋਸ਼ਿਸ਼ ਕਰਦੀ ਹੈ ਵੀ ਜਿਹੜੇ ਇਹ ਨਿੱਕੇ ਨਿੱਕੇ ਬੱਚੇ ਨੇ ਇਹਨਾਂ ਨੂੰ ਨਿੱਘ ਮਿਲ ਸਕੇ, ਕੁਝ ਨਾ ਕੁਝ ਠੰਡ ਤੋਂ ਇਹਨਾਂ ਨੂੰ ਰਾਹਤ ਮਿਲ ਸਕੇ। ਅੱਤ ਦੀ ਭਿਆਨਕ ਉਹ ਰਾਤ
ਜਿਸਨਾਂ ਰਾਤਾਂ ਦੇ ਵਿੱਚ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਔਰ ਉਹਨਾਂ ਦਾ ਪਰਿਵਾਰ ਹੈ ਨਾ ਜਿਹੜਾ, ਉਹ ਪੈਂਡਾ ਤੈਅ ਕਰਦਾ ਹੈ। ਅੱਧ ਦੀਆਂ ਰਾਤਾਂ, ਰਾਤ ਦੇ ਵਿੱਚ ਠੰਡਕ ਹੋਵੇ, ਬੰਦਾ ਫੇਰ ਵੀ ਚੱਲ ਸਕਦਾ, ਪਰ ਉੱਪਰੋਂ ਬਾਰਿਸ਼ ਵੀ ਹੁੰਦੀ ਹੋਵੇ, ਬਾਰਿਸ਼ ਵੀ ਪੈਂਦੀ ਹੋਵੇ, ਤੇ ਬਾਰਿਸ਼ ਦੇ ਨਾਲ ਨਾਲ ਡਰਾਉਣੇ ਰੂਪ ਦੇ ਵਿੱਚ ਰਾਤ ਦੇ ਹਨੇਰੇ ਵਿੱਚ ਬਿਜਲੀ ਲਿਸ਼ਕਦੀ ਹੋਵੇ, ਤੇ ਬੱਦਲਾਂ ਦੀ ਜਿਹੜੀ ਗੜਗੜਾਹਟ ਹੈ ਉਹ ਕੰਨਾਂ ਦੇ ਵਿੱਚ ਪੈਂਦੀ ਹੋਵੇ। ਪਿਆਰਿਓ, ਏਦਾਂ ਦੀ ਰਾਤ ਦੇ ਮਾਹੌਲ ਵਿੱਚ ਕਿਤੇ ਆਮ ਬੰਦੇ ਨੂੰ ਵੀ ਬਾਹਰ ਰਹਿਣਾ ਪੈ ਜਾਏ ਨਾ 5-7 ਮਿੰਟ ਦਾ ਸਮਾਂ, ਜਦੋਂ ਬਿਜਲੀ ਲਿਸ਼ਕਦੀ ਹੈ, ਗੱਜਦੀ ਹੈ, ਤੇ ਡਰ ਜਾਂਦਾ ਬੰਦਾ, ਅੰਦਰ ਕੰਬਦਾ ਅੰਦਰ। ਪਰ ਕਿੰਨਾ ਜਿਗਰਾ ਹੋਏਗਾ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਉਹ ਨਿੱਕੇ ਨਿੱਕੇ ਬੱਚਿਆਂ ਦਾ, ਜਿਹੜੇ ਇੰਨੀ ਭਿਆਨਕ ਰਾਤ ਦੇ ਵਿੱਚ ਉਹ ਠੰਡੇ ਬੁਰਜ ਦੇ ਵਿੱਚ ਉਸ ਕਰਤੇ ਪੁਰਖ ਮਾਲਕ ਪਰਮਾਤਮਾ ਦੀ ਯਾਦ 'ਚ ਬੈਠੇ ਨੇ। ਦਾਦੀ ਮਾਂ ਹੈ ਜਿਹੜੀ, ਉਹ ਇੱਕ ਪਾਸੇ ਬੈਠੀ ਹੈ, ਦੋਨੋਂ ਬੱਚੇ ਆਪਸ ਦੇ ਵਿੱਚ ਗੱਲਾਂ ਕਰਦੇ ਨੇ। ਉਹ ਗੱਲਾਂ ਦਾ ਜ਼ਿਕਰ ਇਤਿਹਾਸਕਾਰ ਨੇ ਲਿਖਿਆ। ਉਹ ਕਹਿੰਦਾ ਆਪਸ ਵਿੱਚ ਗੱਲਾਂ ਕਰਦੇ ਨੇ ਨਾ ਜਦੋਂ ਦੋਨੋਂ, ਇੱਕ ਹੈ ਜਿਹੜਾ ਉਹ ਪੁੱਛਦਾ ਦਾਦੀ ਮਾਂ ਨੂੰ, ਕਹਿੰਦਾ ਮਾਂ, ਜਦੋਂ ਆਪਾਂ ਆਨੰਦਪੁਰ ਦੀ ਧਰਤੀ ਤੋਂ ਤੁਰੇ ਸਾਂ, ਆਪਣੇ ਨਾਲ ਬੜੇ ਸਿਪਾਹੀ ਸਨ, ਸਿੱਖ ਸਨ, 2 ਵੱਡੇ ਵੀਰ ਸਨ, ਬਾਪੂ ਨਾਲ ਸੀ। ਮਾਂ ਦੱਸ ਸਾਡਾ ਪਿਤਾ ਕਿੱਥੇ ਹੈ, ਸਾਡੇ ਭਾਈ ਕਿੱਧਰ ਗਏ? ਉਹ ਸਿੱਖ ਨਹੀਂ ਕਿਤੇ ਦਿਖਾਈ ਦਿੰਦੇ, ਸਿੱਖ ਕਿੱਧਰ ਗਏ? ਦਾਦੀ ਕੋਈ ਹੁੰਗਾਰਾ ਨਹੀਂ ਭਰਦੀ ਤੇ ਫਤਿਹ ਸਿੰਘ ਬੋਲਦੇ, ਕਹਿੰਦਾ ਵੀਰ ਤੈਨੂੰ ਭੁੱਲ ਗਿਆ ਵੀ ਸਰਸਾ ਦੇ ਕਿਨਾਰੇ ਜੰਗ ਹੋਈ ਸੀ, ਉੱਥੇ ਉਹ ਆਪਣੇ ਨਾਲੋਂ ਨਿਖੜ ਗਏ, ਆਪਾਂ ਵੱਖ ਹੋ ਗਏ, ਵੱਖ ਹੋ ਗਏ। ਜੋਰਾਵਰ ਸਿੰਘ ਕਹਿੰਦਾ ਹਾਂ ਮੈਨੂੰ ਯਾਦ ਹੈ ਉੱਥੇ ਵੱਖ ਹੋ ਗਏ ਸਾਂ, ਪਰ ਉਦੋਂ ਬਾਅਦ ਦੇ ਵਿੱਚ ਦਾਦੀ ਕੋਈ ਖਬਰਸਾਰ ਮਿਲੇ ਨਹੀਂ ਵੀ ਕਿੱਧਰ ਨੂੰ ਗਏ। ਤੇ ਫਤਿਹ ਸਿੰਘ ਕਹਿੰਦਾ ਜੋਰਾਵਰ ਸਿੰਘ ਕੋਈ ਗੱਲ ਨਹੀਂ, ਅੱਜ ਸਮਾਂ ਆਇਆ, ਉਹ ਆਪਾਂ ਨੂੰ ਛੱਡ ਕੇ ਗਏ ਨੇ, ਉਹ ਆਪਣੇ ਨਾਲ ਰੁੱਸ ਗਏ। ਕੱਲ ਨੂੰ ਸਮਾਂ ਆਏਗਾ ਜਦੋਂ ਉਹਨਾਂ ਦੇ ਨਾਲ ਮੁਲਾਕਾਤ ਹੋਏਗੀ ਨਾ, ਆਪਾਂ ਰੁੱਸ ਜਾਣਾ, ਆਪਾਂ ਬੁਲਾਉਣਾ ਨਹੀਂ ਉਹਨਾਂ ਨੂੰ ਵੀ ਸਾਨੂੰ ਕੱਲਿਆਂ ਨੂੰ ਛੱਡ ਕੇ ਚਲੇ ਗਏ, ਸਾਡੇ ਵੱਲ ਧਿਆਨ ਹੀ ਨਹੀਂ ਦਿੱਤਾ, ਆਪਾਂ ਰੁੱਸ ਜਾਣਾ, ਆਪਾਂ ਬੁਲਾਉਣਾ ਨਹੀਂ ਉਹਨਾਂ ਨੂੰ। ਜੋਰਾਵਰ ਸਿੰਘ ਅੱਗੋਂ ਕਹਿੰਦਾ ਫਤਿਹ ਸਿੰਘ ਤੇਰੀ ਗੱਲ ਸਹੀ ਹੈ, ਆਪਾਂ ਗੁੱਸਾ ਕਰਾਂਗੇ ਉਹਨਾਂ ਦੇ ਨਾਲ, ਆਪਾਂ ਉਹਨਾਂ ਦੇ ਨਾਲ ਰੋਸੇ ਕਰਾਂਗੇ, ਪਰ ਫਤਿਹ ਸਿੰਘ ਆਪਾਂ ਜ਼ਿਆਦਾ ਸਮਾਂ ਰੁੱਸਣਾ ਨਹੀਂ। ਅੱਗੇ ਬੜਾ ਸਮਾਂ ਲੰਘ ਗਿਆ ਵੀਰਾਂ ਦੇ ਨਾਲ ਵਿਛੜਿਆ ਹੋਇਆਂ ਨੂੰ, ਕਿਤੇ ਇਹ ਨਾ ਹੋਵੇ ਜਦੋਂ ਉਹ ਆਉਣ ਆਪਾਂ ਰੁੱਸ ਜਾਈਏ, ਉਹ ਗੁੱਸਾ ਖਾ ਜਾਣ, ਮੁਲਾਕਾਤ ਪਿਆਰ ਵਾਲੀ ਹੋਵੇ ਹੀ ਨਾ, ਉਹ ਮਨਾਉਣਗੇ ਆਪਾਂ ਮੰਨ ਜਾਣਾ, ਜ਼ਿਆਦਾ ਸਮਾਂ ਰੁੱਸਣਾ ਨਹੀਂ। ਤੇ ਦਾਦੀ ਮਾਂ ਉਹਨਾਂ ਦੀਆਂ ਗੱਲਾਂ ਸੁਣ ਰਹੀ ਹੈ। ਸੁਣਦਿਆਂ ਧਿਆਨ ਬੱਚਿਆਂ ਦਾ ਕਿਸੇ ਹੋਰ ਪਾਸੇ ਵੱਲ ਜਾਵੇ, ਇਹ ਯਤਨ ਦੇ ਵਿੱਚ ਦਾਦੀ ਨੇ ਆਵਾਜ਼ ਮਾਰੀ, ਪੁੱਤ ਇੱਧਰ ਕੋਲ ਆਓ, ਤੁਹਾਨੂੰ ਮੈਂ ਨਿੱਘ ਦਵਾਂ। ਤੇ ਜੋਰਾਵਰ ਸਿੰਘ ਅੱਗੋਂ ਕਹਿੰਦਾ ਦਾਦੀ ਅੱਜ ਤੱਕ ਤੂੰ ਬਥੇਰਾ ਨਿੱਘ ਸਾਨੂੰ ਦਿੱਤਾ ਹੈ, ਬੜੇ ਲਾਡਾਂ ਦੇ ਨਾਲ ਸਾਨੂੰ ਪਾਲਿਆ, ਪਰ ਘੱਟੋ ਘੱਟ ਇੱਕ ਗੱਲ ਤੇ ਧਿਆਨ ਵਿੱਚ ਰੱਖ, ਸਾਡੇ ਸਾਹਮਣੇ ਝੂਠ ਤੇ ਨਾ ਬੋਲ, ਝੂਠੇ ਲਾਰੇ ਤੇ ਨਾ ਲਾ। ਦਾਦੀ ਪੁੱਛਦੀ ਹੈ, ਕਹਿੰਦੀ ਪੁੱਤ ਕੀ ਝੂਠਾ ਲਾਰਾ ਲਾਇਆ? ਕਹਿੰਦੇ ਸਾਨੂੰ ਵੀ ਦਿਸਦਾ ਵੀ ਤੇਰੇ ਕੋਲੇ ਕੁਝ ਹੈ ਹੀ ਨਹੀਂ, ਕੋਈ ਤੇਰੇ ਕੋਲੇ ਰਜਾਈ ਨਹੀਂ, ਕੋਈ ਤੇਰੇ ਕੋਲ ਕੋਈ ਕੰਬਲ ਨਹੀਂ, ਸਾਨੂੰ ਨਿੱਘ ਕਿੱਥੋਂ ਮਿਲੇਗਾ? ਦਾਦੀ ਤੂੰ ਕਹਿੰਦੀ ਹੈ ਵੀ ਕੋਲ ਆਓ,
मैं निग दिनी है, निग कित्थों मिलेगा? ते दादी ने जवाब दिता, कहन लगी पुੱਤ सूरवीर ने जेड़े, बहादुर योधे ने जेड़े, ਉਹਨਾਂ ਦੇ ਲਈ ਰਜਾਈਆਂ ਦੇ ਜਿਹੜੇ ਨਿੱਘ ਨੇ, ਬਿਸਤਰਿਆਂ ਦੇ ਜਿਹੜੇ ਨਿੱਘ ਨੇ, ਉਹ ਨਹੀਂ ਨਿੱਘ ਪੈਦਾ ਕਰਦੇ। ਸੂਰਬੀਰਾਂ ਦੇ ਲਈ ਇਤਿਹਾਸ ਦੇ ਵਿੱਚ ਡੁੱਲਿਆ ਬਹਾਦਰਾਂ ਦਾ ਖੂਨ ਹੈ ਜਿਹੜਾ, ਉਹ ਗਰਮੀ ਦਾ ਕੰਮ ਕਰਦਾ ਹੈ। ਆਓ ਪੁੱਤ ਕੋਲ ਬਹੁ ਮੇਰੇ, ਤੁਹਾਡੇ ਦਾਦੇ ਦੀਆਂ ਗੱਲਾਂ ਸੁਣਾਵਾਂ, ਤੁਹਾਡੇ ਪੜਦਾਦੇ ਦੀਆਂ ਗੱਲਾਂ ਸੁਣਾਵਾਂ। ਇਹਨਾਂ ਗੱਲਾਂ ਨੂੰ ਸੁਣ ਸੁਣ ਕੇ ਅੰਤਰ ਆਤਮਾ ਤੁਹਾਡੀ ਹੈ ਜਿਹੜੀ, ਉਹ ਲੱਗੀ ਹੋਵੇ। ਸਰੀਰ ਦੀ ਠੰਡ ਮਾਇਨੇ ਨਹੀਂ ਰੱਖਦੀ ਜੇ ਅੰਤਰ ਆਤਮਾ ਹੈ ਜਿਹੜੀ ਇਹਦੇ ਵਿੱਚ ਸ਼ੀਤਲਤਾ ਨਹੀਂ ਆਈ। ਪੁੱਤ ਵੇ ਜੇ ਅੰਦਰ ਮਗਦਾ ਹੈ, ਹਿਰਦਿਆਂ ਦੇ ਵਿੱਚ ਜੇ ਲੋਹ ਹੈ, ਅੰਦਰ ਜੇ ਅੰਗਿਆਰੇ ਜਗਦੇ ਨੇ, ਤੇ ਬਾਹਰੀ ਠੰਡ ਤੁਹਾਡਾ ਕੁਝ ਵਿਗਾੜ ਨਹੀਂ ਸਕਦੀ। ਆਓ ਤੁਹਾਨੂੰ ਤੁਹਾਡੇ ਦਾਦੇ ਦੀਆਂ ਗੱਲਾਂ ਸੁਣਾਵਾਂ, ਤੁਹਾਡੇ ਦਾਦੇ ਦੇ ਦਾਦੇ ਦੀਆਂ ਗੱਲਾਂ ਸੁਣੋ, ਆਪਣੇ ਪੜਦਾਦੇ ਦੀਆਂ ਗੱਲਾਂ ਸੁਣੋ। ਤੇ ਦਾਦੀ ਨੇ ਇਤਿਹਾਸ ਦੀ ਇੱਕ ਲੜੀ, ਇੱਕ ਕੜੀ ਕਰਕੇ ਉਹਨਾਂ ਬੱਚਿਆਂ ਦੇ ਕੰਨਾਂ ਵਿੱਚ ਪਾਉਣੀ ਸ਼ੁਰੂ ਕੀਤੀ। ਇੱਕ ਕੜੀ ਕਰਕੇ ਇੱਕ ਇਤਿਹਾਸ ਦੀ ਸਾਖੀ ਸੁਣਾਉਂਦਿਆਂ ਅੱਧੀ ਕੁ ਰਾਤ ਦਾ ਸਮਾਂ ਬਤੀਤ ਹੋਇਆ। ਮਹਿਸੂਸ ਹੋਇਆ ਵੀ ਕੋਈ ਤੁਰਿਆ ਆ ਰਿਹਾ ਇਸ ਪਾਸੇ ਵੱਲ। ਦਾਦੀ ਮਾਂ ਤੇ ਬੱਚੇ ਨੇ ਜਿਹੜੇ, ਉਹ ਦੇਖਦੇ ਨੇ ਵੀ ਕੌਣ ਹੈ। ਜਦੋਂ ਦੇਖਿਆ ਤੇ ਸਾਹਮਣੇ ਇੱਕ ਮਨੁੱਖ ਖੜਾ ਹੋਇਆ ਜਿਹਦੇ ਹੱਥ ਦੇ ਵਿੱਚ ਇੱਕ ਗੜਵਾ ਫੜਿਆ ਹੋਇਆ ਜਿਹਦੇ ਵਿੱਚ ਦੁੱਧ ਹੈ ਤੇ 2 ਗਲਾਸ ਉਹਦੇ ਕੋਲ ਨੇ। ਉਹ ਆਇਆ, ਉਹਨੇ ਆ ਕੇ ਮਾਤਾ ਗੁਜਰ ਕੌਰ ਦੇ ਚਰਨਾਂ ਦੇ ਉੱਪਰ ਨਮਸਕਾਰ ਕੀਤੀ, ਮੱਥਾ ਟੇਕਿਆ। ਕਹਿਣ ਲੱਗਾ, ਮਾਂ ਮੈਂ ਗਰੀਬੜਾ, ਇੰਨੀ ਜੋਗਾ ਤੇ ਨਹੀਂ ਵੀ ਕੁਝ ਹੋਰ ਲੈ ਆਉਂਦਾ। ਮੇਰੇ ਘਰ ਦੇ ਵਿੱਚ ਕੋਈ ਬਹੁਤਾ ਧਨ ਤੇ ਹੈ ਨਹੀਂ, ਜਿੰਨਾ ਕੁ ਸੀ ਉਹਨਾਂ ਕੁ ਮੇਰਾ ਧਨ ਲੱਗ ਗਿਆ। ਮਾਂ ਆ ਦੁੱਧ ਦਾ ਗੜਵਾ ਲੈ ਕੇ ਆਇਆ ਹਾਂ, ਇਹ ਆਪਣੇ ਬੱਚਿਆਂ ਨੂੰ ਛਕਾ, ਆਪ ਛਕ, ਕੁਝ ਗਰਮੀ ਮਿਲੇਗੀ। ਭੁੱਖਣ ਭਾਣੇ ਨੇ ਮੈਂ ਸੁਣਿਆ ਬੱਚੇ, ਧਰਵਾਸਾ ਮਿਲੇਗਾ, ਇੰਨੀ ਕੁ ਮੇਰੀ ਸੇਵਾ ਪ੍ਰਵਾਨ ਕਰੋ। ਮਾਂ ਪੁੱਛਦੀ ਹੈ ਕੌਣ ਹੈ ਤੂੰ? ਉਹ ਕਹਿੰਦਾ ਮੇਰਾ ਨਾਮ ਮੋਤੀ ਮਹਿਰਾ ਹੈ। ਤੂੰ ਇੱਥੋਂ ਤੱਕ ਕਿਵੇਂ ਆ ਗਿਆ? ਐਡਾ ਸਖਤ ਪਹਿਰਾ ਕਿਵੇਂ ਆ ਗਿਆ? ਤੇ ਅੱਗੋਂ ਮੋਤੀ ਰਾਮ ਮਹਿਰਾ ਜਵਾਬ ਦਿੰਦਾ, ਕਹਿਣ ਲੱਗਾ, ਮਾਂ ਮੈਂ ਆਪਣੀ ਮਾਂ ਨੂੰ ਇਹ ਗੱਲ ਕਹੀ ਵੀ ਮਾਂ ਘਰ ਦੇ ਵਿੱਚ ਜੋ ਕੁਝ ਵੀ ਹੈ, ਜਿੰਨਾ ਧਨ ਹੈ, ਜਿੰਨਾ ਦੌਲਤ ਹੈ, ਉਹ ਸਾਰਾ, ਜਿੰਨੇ ਗਹਿਣੇ ਨੇ ਸਾਰੇ ਮੈਨੂੰ ਦੇ ਦੇ। ਕਹਿੰਦੇ ਮੇਰੀ ਮਾਂ ਨੇ ਸਵਾਲ ਕੀਤਾ ਵੀ ਪੁੱਤ ਅੱਗੇ ਤੇ ਤੂੰ ਮੈਨੂੰ ਲਿਆ ਕੇ ਚੀਜ਼ ਫੜਾਉਣਾ ਵੀ ਸਾਂਭ ਕੇ ਰੱਖ, ਅੱਜ ਸਾਰਾ ਕੁਝ ਮੰਗੀ ਕਿਉਂ ਜਾਂਦਾ? ਕਹਿੰਦੇ ਮੈਂ ਆਪਣੀ ਮਾਂ ਨੂੰ ਕਿਹਾ ਵੀ ਮਾਂ ਵੇਖ ਆਪਣੇ ਸ਼ਹਿਰ ਦੇ ਵਿੱਚ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਨਿੱਕੇ ਨਿੱਕੇ ਜਿਹੜੇ ਬੱਚੜੇ ਨੇ ਉਹਨਾਂ ਨੂੰ ਕੈਦ ਕੀਤਾ ਗਿਆ। ਮਾਂ ਮੈਂ ਸੁਣਿਆ ਉਹ ਬੱਚੇ ਨੇ ਜਿਹੜੇ ਉਹ ਭੁੱਖਣ ਭਾਣੇ ਨੇ, ਅੱਤ ਦੀ ਠੰਡ ਦੇ ਵਿੱਚ, ਠੰਡੇ ਬੁਰਜ ਦੇ ਵਿੱਚ ਉਹਨਾਂ ਨੂੰ ਕੈਦ ਕੀਤਾ ਗਿਆ। ਮਾਂ ਮੈਂ ਚਾਹੁੰਦਾ ਏਦਾਂ ਦੀ ਘੜੀ ਦੇ ਵਿੱਚ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੀ ਸੇਵਾ ਕਰਨ ਦਾ ਮੌਕਾ ਮਿਲ ਜਾਏ ਨਾ, ਆਪਣੀ ਤੇ ਜ਼ਿੰਦਗੀ ਸਫਲ ਹੋ ਜਾਏਗੀ, ਆਪਣੀ ਜ਼ਿੰਦਗੀ ਸਫਲ ਹੋ ਜਾਏਗੀ। ਤੇ ਅੱਗੋਂ ਕਹਿੰਦਾ ਮੇਰੀ ਮਾਂ ਨੇ ਮੈਨੂੰ ਕਿਹਾ ਵੀ ਪੁੱਤ ਏਦਾਂ ਕਿਵੇਂ ਸੇਵਾ ਕਰ ਜਾਏਗਾ, ਕਿਵੇਂ ਪਹੁੰਚੇਗਾ ਉਹਨਾਂ ਤੱਕ? ਪਹਿਰਾ ਵੀ ਸਰਕਾਰ ਨੇ ਬੜਾ ਸਖਤ ਲਵਾਇਆ ਹੋਣਾ।
ਤੇ ਉਹ ਮਾਤਾ ਗੁਜਰ ਕੌਰ ਨੂੰ ਕਹਿੰਦਾ ਮਾਂ ਮੈਂ ਵਜ਼ੀਰ ਖਾਨ ਦੇ ਘਰ ਦੇ ਵਿੱਚ ਹੀ ਨੌਕਰੀ ਕਰਦਾ, ਇਹਦਾ ਹੀ ਨੌਕਰ ਆ ਮੈਂ। ਮੈਨੂੰ ਜਾਣਦੇ ਨੇ, ਮੈਂ ਜਾਣਦਾ ਜਿਹੜੇ ਪਹਿਰੇਦਾਰ ਨੇ, ਇਹਨਾਂ ਦੀਆਂ ਬਿਰਤੀਆਂ ਨੂੰ ਜਾਣਦਾ, ਇਹਨਾਂ ਦੀ ਸੋਚ ਨੂੰ ਮੈਂ ਜਾਣਦਾ। ਮੈਂ ਆਪਣੀ ਮਾਂ ਤੋਂ ਉਹ ਸਾਰੇ ਗਹਿਣੇ ਲਏ, ਸਾਰਾ ਧਨ ਲਿਆ। ਮੈਂ ਆਪਣੀ ਮਾਂ ਨੂੰ ਕਿਹਾ ਮਾਂ ਤੇਰੀ ਸੇਵਾ ਬਥੇਰੀ ਕਰ ਲਈ, ਅੱਜ ਜ਼ਿੰਦਗੀ ਦੇ ਵਿੱਚ ਮੈਂ ਤੇਰੀ ਸੇਵਾ ਨਹੀਂ ਕਰਨੀ, ਮੈਨੂੰ ਮੇਰੀ ਅਸਲ ਮਾਂ ਮਾਤਾ ਗੁਜਰ ਕੌਰ ਦੀ ਸੇਵਾ ਕਰ ਲੈਣ ਦੇ। ਮੇਰੀ ਮਾਂ ਨੇ ਕਹਿੰਦਾ ਮੈਨੂੰ ਸਾਰਾ ਕੁਝ ਘਰ ਦੇ ਵਿੱਚ ਜੋ ਪਿਆ ਸੀ ਉਹ ਪਕੜਾਇਆ। ਮੇਰੀ ਪਤਨੀ ਨੇ ਜੋ ਕੁਝ ਘਰ ਦੇ ਵਿੱਚ ਸੀ ਸਾਰਾ ਕੁਝ ਫੜਾਤਾ। ਉਹ ਰਿਸ਼ਵਤ ਦੇ ਰੂਪ ਦੇ ਵਿੱਚ ਇਹਨਾਂ ਨੂੰ ਦੇ ਕੇ ਇਹਨਾਂ ਤੋਂ ਆਗਿਆ ਲੈ ਕੇ ਆਇਆ ਵੀ ਮੈਂ ਸਾਹਿਬਜ਼ਾਦਿਆਂ ਨੂੰ ਦੁੱਧ ਪਿਆਉਣਾ ਹੈ। ਧੰਨ ਬਾਬਾ ਮੋਤੀ ਰਾਮ ਜਿਹੜਾ ਉਸ ਸਮੇਂ ਦੇ ਵਿੱਚ ਸਹਾਇਤਾ ਕਰ ਗਿਆ, ਉਹ ਵੀ ਮੁਗਲ ਸਰਕਾਰ ਦੇ ਪਹਿਰੇ ਹੇਠ ਜਿਸ ਸਮੇਂ ਦੌਰਾਨ ਵਜ਼ੀਰ ਖਾਨ ਨੇ ਇਹ ਐਲਾਨ ਕੀਤਾ ਹੋਇਆ ਵੀ ਇਹਨਾਂ ਦੀ ਸਹਾਇਤਾ ਕਿਸੇ ਨੇ ਨਹੀਂ ਕਰਨੀ। ਹੁਣ ਮਾਤਾ ਗੁਜਰ ਕੌਰ ਆਪਣੇ ਨਾਲ ਜਿਹੜੇ ਦੋਨੋਂ ਬੱਚੇ ਨੇ ਉਹਨਾਂ ਬੱਚਿਆਂ ਨੂੰ ਦੁੱਧ ਪਿਆਉਂਦੇ ਨੇ, ਆਪ ਦੁੱਧ ਛਕਿਆ ਤੇ ਮੋਤੀ ਰਾਮ ਨੂੰ ਅੱਗੋਂ ਕਹਿਣ ਲੱਗੇ, ਕਹਿੰਦੇ ਪੁੱਤ ਵੇ ਬੜੀ ਸੇਵਾ ਤੇਰੀ ਕੀਤੀ ਹੋਈ ਪ੍ਰਵਾਨ, ਜਿੰਨੀ ਕਰਤੀ ਪ੍ਰਵਾਨ ਹੈ। ਪਰ ਇੱਕ ਗੱਲ ਹੈ ਜਿਹੜੀ ਨਾ ਇਹ ਦਿਮਾਗ ਦੇ ਵਿੱਚ ਰੱਖੀ, ਇੱਕ ਗੱਲ ਦਿਮਾਗ ਦੇ ਵਿੱਚ ਵਸਾ, ਪੱਕੇ ਰੂਪ ਦੇ ਵਿੱਚ ਇੱਕ ਗੱਲ ਮੰਨ ਲੈ, ਅੱਜ ਆ ਗਈਆਂ ਕੱਲ ਨੂੰ ਨਾ ਆਈ, ਕੱਲ ਨੂੰ ਨਾ ਆਈ। ਤੇ ਮੋਤੀ ਰਾਮ ਪੁੱਛਦਾ, ਕਹਿੰਦਾ ਮਾਂ ਕੋਈ ਗੁਸਤਾਖੀ ਹੋ ਗਈ? ਇਹ ਸੇਵਾ ਦਾ ਮੌਕਾ ਮੈਨੂੰ ਮਸਾਂ ਤੇ ਮਿਲਿਆ, ਮੈਂ ਗਰੀਬੜਾ ਕਦੇ ਚੱਲ ਕੇ ਆਨੰਦਪੁਰ ਸਾਹਿਬ ਜਾ ਕੇ ਸੇਵਾ ਨਹੀਂ ਸੀ ਕਰ ਸਕਦਾ, ਆ ਮਸਾਂ ਤੇ ਸੇਵਾ ਦਾ ਮੌਕਾ ਮਿਲਿਆ। ਆ ਸੇਵਾ ਦਾ ਮੌਕਾ ਜੇ ਮੇਰੀ ਝੋਲੀ ਦੇ ਵਿੱਚ ਪਿਆ, ਇਹਨੂੰ ਵੀ ਤੁਸੀਂ ਕਹਿ ਰਹੇ ਹੋ ਵੀ ਕੱਲ ਨੂੰ ਨਾ ਆਈ, ਕੀ ਗੁਸਤਾਖੀ ਹੋ ਗਈ? ਤੇ ਮਾਤਾ ਗੁਜਰੀ ਨੇ ਕਿਹਾ, ਕਹਿਣ ਲੱਗੇ ਪੁੱਤ ਵੀ ਤੇਰੀ ਇੰਨੀ ਕੀਤੀ ਸੇਵਾ ਪ੍ਰਵਾਨ, ਪਰ ਤੂੰ ਵਾਰ-ਵਾਰ ਆਏਗਾ, ਵਾਰ-ਵਾਰ ਜਾਏਗਾ। ਕਿਸੇ ਮੁਗਲ ਸਰਕਾਰ ਦੇ ਸਿਪਾਹੀ ਨੇ, ਸੂਈਏ ਨੇ ਤੈਨੂੰ ਦੇਖ ਲਿਆ, ਤੇਰੀ ਸ਼ਿਕਾਇਤ ਹੋ ਗਈ ਕਿ ਸੱਚ ਜਾਣੀ ਉਹਨਾਂ ਤੂੰ ਦੁੱਧ ਨਹੀਂ ਪਿਆ ਕੇ ਜਾਣਾ ਜਿੰਨੇ ਤੇਰੇ ਪਰਿਵਾਰ ਦੇ ਮੈਂਬਰਾਂ ਦਾ ਖੂਨ ਉਹਨਾਂ ਨੇ ਨਿਚੋੜ ਸੁੱਟਣਾ ਹੈ। ਅੱਜ ਆ ਗਏ ਤੇ ਇਹਨੂੰ ਹੁਕਮ ਸਮਝ ਕੇ ਮੰਨ ਲੈ ਵੀ ਕੱਲ ਨੂੰ ਨਾ ਆਈ। ਦੇਖ ਇਹ ਦੋ ਨਿੱਕੇ ਨਿੱਕੇ ਬੱਚੜੇ ਨੇ ਜਿਹੜੇ ਇਹ ਤੇ ਮੁਸੀਬਤ ਵਿੱਚ ਹਨ। ਤੇਰੇ ਜਿਹੜੇ ਬੱਚੇ ਨੇ, ਤੇਰਾ ਪਰਿਵਾਰ ਵੀ ਮੇਰੇ ਪਰਿਵਾਰ ਵਰਗਾ ਹੈ। ਪੁੱਤ ਵੇ ਇੱਕ ਪਰਿਵਾਰ ਜਿਹੜਾ ਮੁਸੀਬਤ ਵਿੱਚ, ਜਿਹੜੇ ਬੱਚੇ ਹੋਏ ਨੇ ਉਹਨਾਂ ਨੂੰ ਬੱਚੇ ਰਹਿਣ ਦੇ, ਕੋਸ਼ਿਸ਼ ਕਰ, ਮੇਰੀ ਭਾਵਨਾ ਨੂੰ ਸਮਝੀ। ਤੇਰੀ ਸੇਵਾ ਦੇ ਵਿੱਚ ਕੋਈ ਕਮੀ ਨਹੀਂ, ਤੇਰੀ ਭਾਵਨਾ ਵਿੱਚ ਕੋਈ ਖੋਟ ਨਹੀਂ, ਪਰ ਇਹ ਸੇਵਾ ਇੱਥੋਂ ਤੱਕ ਹੀ ਸੀਮਤ ਰਹਿਣ ਦੇ, ਕੱਲ ਨੂੰ ਨਾ ਆਈ। ਉਹਨੇ ਬਚਨ ਮੰਨਿਆ, ਵਾਪਸ ਚਲਾ ਗਿਆ। ਸਾਹਿਬਜ਼ਾਦੇ ਸਾਰੀ ਰਾਤ ਮਾਂ ਦੇ ਨਾਲ ਨਿੱਕੀਆਂ ਨਿੱਕੀਆਂ ਗੱਲਾਂ ਕਰਦੇ ਰਾਤ ਬਿਤਾਉਂਦੇ ਨੇ। ਅੰਮ੍ਰਿਤ ਵੇਲਾ ਚੜਨ ਲੱਗਿਆ, ਨਿਤਨੇਮ ਦੇ ਵਿੱਚ ਸੁਰਤ ਜੋੜ ਲਈ। ਸੁਰਤ ਜੋੜੀ, ਅਰਦਾਸ ਬੇਨਤੀ ਕੀਤੀ, ਉਸ ਕਰਤੇ ਪੁਰਖ ਮਾਲਕ ਪਰਮਾਤਮਾ ਦਾ ਧੰਨਵਾਦ ਕੀਤਾ। ਇੰਨੇ ਸਮੇਂ ਦੇ ਵਿੱਚ ਨਾ ਹੁਣ ਵਜ਼ੀਰ ਖਾਨ ਜਿਹੜਾ ਇਹ ਭੁਲੇਖੇ ਵਿੱਚ ਸੀ ਵੀ ਕੱਲ ਨੂੰ ਸਾਹਿਬਜ਼ਾਦੇ ਆਪ ਕਹਿਣਗੇ ਵਜ਼ੀਰ ਖਾਨ ਨੂੰ ਮਿਲਣਾ ਹੈ, ਉਹ ਸਿਪਾਹੀ ਭੇਜਦਾ, ਸਾਹਿਬਜ਼ਾਦੇ ਦਾਦੀ ਦੇ ਨਾਲ ਉਸ ਕਰਤੇ ਦੀ ਯਾਦ ਵਿੱਚ ਜੁੜੇ ਹੋਏ ਨੇ। ਸਿਪਾਹੀ ਬੜੇ ਹੈਰਾਨ ਵੀ ਇੰਨੀ ਭਿਆਨਕ ਠੰਡ ਦੀ ਰਾਤ ਦੇ ਬਾਅਦ ਵੀ ਇਹਨਾਂ ਦਾ ਸਿਦਕ ਨਹੀਂ ਹਿੱਲਿਆ, ਹਿੱਲੇ ਨਹੀਂ ਇਹ। ਉਹ ਬੱਚਿਆਂ ਨੂੰ ਨਾਲ ਲੈਂਦੇ ਨੇ, ਵਜ਼ੀਰ ਖਾਨ ਦੀ ਕਚਹਿਰੀ ਲੱਗਦੀ ਹੈ, ਉਸ ਕਚਹਿਰੀ ਦੇ ਤੱਕ ਉਹਨਾਂ ਨੂੰ ਲੈ ਕੇ ਆਇਆ ਜਾਂਦਾ ਹੈ।
ਕਚਹਿਰੀ ਦੇ ਤੱਕ ਆਏ, ਕਚਹਿਰੀ ਦੇ ਅੰਦਰ ਪ੍ਰਵੇਸ਼ ਕਰਦੇ ਨੇ। ਜਦੋਂ ਕਚਹਿਰੀ ਦੇ ਅੰਦਰ ਉਹ ਪ੍ਰਵੇਸ਼ ਕਰਦੇ ਨੇ ਤੇ ਗੱਜ ਕੇ ਫਤਿਹ ਹੈ ਜਿਹੜੀ ਵਜ਼ੀਰ ਖਾਨ ਦੀ ਕਚਹਿਰੀ ਦੇ ਵਿੱਚ ਗਜਾਈ ਜਾਂਦੀ ਹੈ। ਇੱਕ ਸਾਹਿਬਜ਼ਾਦਾ ਮੂਹਰੇ ਫਤਿਹ ਸ਼ੁਰੂ ਕਰਦਾ ਹੈ, ਦੂਸਰਾ ਫਤਿਹ ਬੁਲਾਉਂਦਾ ਹੈ। ਵਜ਼ੀਰ ਖਾਂ ਹੈ ਜਿਹੜਾ ਕੁਝ ਬੋਲਦਾ, ਇਦੋਂ ਪਹਿਲਾਂ ਨਾ ਸੁੱਚਾ ਨੰਦ ਹੈ ਜਿਹੜਾ ਉਹ ਅੱਗੇ ਹੋ ਜਾਂਦਾ ਹੈ। ਉਹ ਅੱਗੇ ਹੋ ਕੇ ਕਹਿੰਦਾ, ਬੱਚਿਓ ਦੇਖੋ ਇਹ ਆਨੰਦਪੁਰ ਦਾ ਦਰਬਾਰ ਨਹੀਂ, ਇਹ ਆਨੰਦਪੁਰ ਦੀ ਤੁਹਾਡੇ ਪਿਤਾ ਦਾ ਜਿਹੜਾ ਦਰਬਾਰ ਹੈ ਉਹ ਨਹੀਂ, ਆਨੰਦਪੁਰ ਦੀ ਧਰਤੀ ਨਹੀਂ, ਇਹ ਸਰਹੰਦ ਦੀ ਧਰਤੀ ਹੈ। ਇਸ ਧਰਤੀ ਦੇ ਉੱਤੇ ਵਜ਼ੀਰ ਖਾਂ ਦਾ ਰਾਜ ਚੱਲਦਾ ਹੈ। ਵਜ਼ੀਰ ਖਾਂ ਇਸਲਾਮ ਨੂੰ ਮੰਨਣ ਵਾਲਾ ਹੈ। ਜੇ ਸਲਾਮਤੀ ਚਾਹੁੰਦੇ ਹੋ ਝੁਕ ਕੇ ਸਲਾਮ ਕਰਿਆ ਕਰੋ। ਤੁਹਾਡੀ ਫਤਿਹ ਨੂੰ ਸੁਣਨ ਵਾਲਾ ਇੱਥੇ ਕੋਈ ਨਹੀਂ। ਤੇ ਬਾਬਾ ਜੋਰਾਵਰ ਸਿੰਘ ਅੱਗੋਂ ਜਵਾਬ ਦਿੰਦੇ ਨੇ, ਕਹਿੰਦੇ ਭਾਈ ਕਚਹਿਰੀ ਜਿਹਦੀ ਮਰਜ਼ੀ ਹੋਵੇ, ਥਾਂ ਜਿਹੜੀ ਮਰਜ਼ੀ ਹੋਵੇ, ਪਰ ਇੱਕ ਗੱਲ ਧਿਆਨ ਦੇ ਵਿੱਚ ਰੱਖੀ ਵੀ ਜਿਸ ਵਾਹਿਗੁਰੂ ਦੇ ਨਾਲ ਸਾਡੇ ਬਾਪ ਨੇ ਸਾਨੂੰ ਜੋੜਿਆ ਉਹ ਸਦਾ ਸਾਡੇ ਅੰਗ ਸੰਗ ਹਰ ਥਾਂ ਤੇ ਹਾਜ਼ਰ ਹੈ। ਤੇ ਤੂੰ ਕਹਿੰਦੇ ਝੁਕ ਕੇ ਸਲਾਮ ਕਰੋ, ਇਹ ਕੱਢ ਦੇ ਭੁਲੇਖਾ। ਜਿਹੜੀ ਫਤਿਹ ਅਸੀਂ ਬੁਲਾਉਨੇ ਆ ਨਾ, ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ ਵੀ ਵਾਹਿਗੁਰੂ ਦਾ, ਫਤਿਹ ਵੀ ਵਾਹਿਗੁਰੂ ਦੀ। ਅੱਜ ਜੇ ਖਾਲਸਾ ਆਇਆ ਤੇ ਜੇਤੂ, ਫਤਿਹ ਦਾ ਅਰਥ ਜਿੱਤ ਲੈਣਾ, ਜਿੱਤ ਵੀ ਖਾਲਸੇ ਨੇ ਪ੍ਰਾਪਤ ਕਰਨੀ ਹੈ। ਭਾਵੇਂ ਕਚਹਿਰੀ ਤੇਰੀ ਹੈ, ਭਾਵੇਂ ਕਚਹਿਰੀ ਇੱਥੇ ਕਿਸੇ ਹੋਰ ਦੀ ਹੋਵੇ, ਭਾਵੇਂ ਇੱਥੇ ਵਜ਼ੀਰ ਖਾਂ ਦਾ ਰਾਜ ਹੈ, ਭਾਵੇਂ ਔਰੰਗਜ਼ੇਬ ਦਾ ਰਾਜ ਹੈ, ਪਰ ਇੱਕ ਗੱਲ ਧਿਆਨ ਦੇ ਵਿੱਚ ਰੱਖਿਓ, ਅੰਤਮ ਰੂਪ ਦੇ ਵਿੱਚ ਜਿਹੜੀ ਸੱਚਾਈ ਨੇ ਜਿੱਤਣਾ ਹੈ, ਉਹ ਸੱਚਾਈ ਉਹ ਹੈ ਜਿਸ ਸੱਚਾਈ ਦੇ ਅੰਗ ਸੰਗ ਉਹ ਕਰਤਾ ਪੁਰਖ ਆਪ ਵਸਦਾ ਹੈ। ਸਾਹਿਬਜ਼ਾਦਿਆਂ ਦੇ ਕੋਲੋਂ ਕਰਾਰਾ ਜਿਹਾ ਜਵਾਬ ਸੁਣ ਕੇ ਪਿੱਛੇ ਹਟ ਗਿਆ ਸੁੱਚਾ ਨੰਦ। ਵਜ਼ੀਰ ਖਾਂ ਫਿਰ ਗੱਲ ਸ਼ੁਰੂ ਕਰਦਾ, ਕਹਿੰਦਾ ਰਾਤ ਹੈ ਜਿਹੜੀ ਤੁਹਾਡੀ ਬੜੀ ਕਸ਼ਟਦਾਇਕ ਰਹੀ ਹੋਏਗੀ, ਬੜੀ ਭਿਆਨਕ ਠੰਡ ਸੀ, ਬੜੀ ਕਸ਼ਟਦਾਇਕ ਰਾਤ ਰਹੀ ਹੋਏਗੀ। ਤੇ ਮੈਂ ਨਹੀਂ ਚਾਹੁੰਦਾ ਕਿ ਅੱਜ ਦੀ ਰਾਤ, ਅੱਜ ਦਾ ਦਿਨ ਤੁਹਾਡੇ ਨਾਲ ਫਿਰ ਉਹੀ ਵਿਵਹਾਰ ਕੀਤਾ ਜਾਏ, ਮੈਂ ਨਹੀਂ ਚਾਹੁੰਦਾ। ਬੱਚਿਓ ਗੱਲ ਮੰਨ ਲਓ, ਕਿੱਡਾ ਔਖਾ ਕੰਮ ਹੈ, ਕਿੱਡਾ ਔਖਾ ਕੰਮ ਹੈ। ਜਿਹੜੇ ਆ ਪੰਜ ਕਕਾਰ ਸਰੀਰ ਦੇ ਉੱਤੇ ਪਹਿਨੇ ਨੇ, ਇਹਨਾਂ ਨੂੰ ਉਤਾਰ ਦਿਓ, ਧਰਮ ਹੈ ਜਿਹੜਾ ਆਪਣਾ ਛੱਡ ਦਿਓ, ਇਸਲਾਮ ਨੂੰ ਕਬੂਲ ਕਰ ਲਓ। ਕਿੱਡਾ ਔਖਾ ਹੈ। ਵੇਖੋ ਮੈਂ ਕੱਲ ਵੀ ਤੁਹਾਨੂੰ ਸਮਝਾਉਂਦਾ ਰਿਹਾ, ਅੱਜ ਵੀ ਸਮਝਾਉਂਦਾ, ਅੱਜ ਵੀ ਸਮਝਾਉਂਦਾ। ਇਸ ਕਚਹਿਰੀ ਦੇ ਵਿੱਚ ਤੁਸੀਂ ਖੜੇ ਹੋ, ਤੁਹਾਡੀ ਜਾਨ ਹੈ ਜਿਹੜੀ ਬਖਸ਼ ਦਿੱਤੀ ਜਾਏਗੀ। ਇਸਲਾਮ ਨੂੰ ਕਬੂਲ ਕਰ ਲਓ, ਧਰਮ ਪਰਿਵਰਤਨ ਕਰ ਲਓ। ਪਿਆਰਿਓ ਇੱਥੇ ਨਾ ਇੱਕ ਗੱਲ ਬੜੀ ਧਿਆਨ ਦੇਣ ਵਾਲੀ ਹੈ, ਜੇ ਅਸੀਂ ਤਵੱਜੋ ਦੇ ਕੇ ਸਮਝੀਏ ਤਾਂ। ਹੁਣ ਸਾਹਿਬਜ਼ਾਦਿਆਂ ਦੇ ਸਰੀਰ ਦੇ ਆਕਾਰ ਅਸੀਂ ਵੇਖੀਏ ਤੇ ਦਰਬਾਰ ਦੇ ਵਿੱਚ ਜਿਹੜੇ ਲੋਕ ਬੈਠੇ ਨੇ ਉਹਨਾਂ ਦੀ ਗਿਣਤੀ ਵੇਖੀਏ ਤੇ ਉਹਨਾਂ ਦੇ ਸਰੀਰਾਂ ਦੇ ਆਕਾਰ ਵੇਖੀਏ। ਵਜ਼ੀਰ ਖਾਂ ਸਾਹਿਬਜ਼ਾਦਿਆਂ ਨੂੰ ਵਾਰ-ਵਾਰ ਇਹ ਗੱਲ ਕਹਿੰਦੇ ਵੀ ਸਿੱਖੀ ਛੱਡ ਦਿਓ, ਤੇ ਸਾਹਿਬਜ਼ਾਦੇ ਅੱਗੋਂ ਕਹਿੰਦੇ ਨੇ ਵੀ ਅਸੀਂ ਸਿੱਖੀ ਨਹੀਂ ਛੱਡਣੀ। ਜੇ ਵਜ਼ੀਰ ਖਾਂ ਥੋੜਾ ਜਿਹਾ ਧੱਕਾ ਕਰਦਾ ਨਾ, ਉਹ ਪੰਜ ਕਕਾਰ ਨੇ ਜਿਹੜੇ ਉਹ ਸਾਹਿਬਜ਼ਾਦਿਆਂ ਦੇ ਸਰੀਰ ਦੇ ਨਾਲੋਂ ਵੱਖ ਕਰ ਸਕਦਾ ਸੀ, ਕਿਉਂਕਿ ਉਹਦੇ ਕੋਲੇ ਤਾਕਤ ਤੇ ਉਹਦੇ ਕੋਲੇ ਬੰਦੇ ਨੇ, ਉਹ ਜ਼ੋਰ ਕਰਦਾ ਤੇ। ਪਰ ਵਜ਼ੀਰ ਖਾਨ ਨੇ ਇਹ ਗੱਲ ਨਹੀਂ ਕੀਤੀ, ਉਹ ਵਾਰ-ਵਾਰ ਕਹਿ ਰਿਹਾ ਵੀ ਸਿੱਖੀ ਛੱਡ ਦੇ।
इत्थों गल पकड़ दे विच लैके आयो, सिੱਖੀ सिर्फ 5 ककार धारण कर लेना नहीं। सिੱਖੀ अंतर आत्मे दी खेड़ है। वजीर खां ये गल नूं समझदा है भी 5 ककार इन्हां दे शरीर दे उत्तों जिवें ला भी दित्ते, कल नूं इन्हां ने फिर ये 5 ककारी वर्दी धारण करके जुल्म दे विरुद्ध आवाज चुक लैनी है। कल नूं फिर खड़े होणगे। ਉਹ ਅੰਦਰੋਂ ਹਿਲਾਉਣਾ ਚਾਹੁੰਦਾ ਹੈ ਵੀ ਆਤਮਿਕ ਤੌਰ ਤੇ ਡੋਲ ਜਾਣ। ਆਤਮਿਕ ਤੌਰ ਤੇ ਇਹਨਾਂ ਦਾ ਅੰਤਰ ਆਤਮਾ ਹੈ ਜਿਹੜੀ ਉਹ ਡੋਲ ਜਾਏ, ਕਿਉਂਕਿ ਵਜ਼ੀਰ ਖਾਂ ਇਹ ਗੱਲ ਨੂੰ ਸਮਝਦਾ ਵੀ ਸਿੱਖੀ ਇਹਨਾਂ ਦੀ ਆਤਮਾ 'ਚ ਵਸੀ ਹੋਈ ਹੈ। ਆਤਮਾ 'ਚ ਵਸੀ ਹੋਈ ਹੈ। 5 ਕਕਾਰੀ ਵਰਦੀ ਸਤਿਗੁਰੂ ਜੀ ਨੇ ਦਿੱਤੀ ਹੈ, ਅਸੀਂ ਪਾਈ ਹੈ, ਚੰਗੀ ਗੱਲ ਹੈ। पर प्यारियो ये 5 ककार पहन के जे अंतर आत्मा साडी नहीं बनी, फिर गुरु की नजर विच प्रवान नहीं हो सकती। सिर्फ बाहरों दिखावा नहीं सिखा वाला करना। जे बाहरों असी दिखावा कीता ना, ताही अज जदों जाईदे ना लोकां नूं कहीदा भी भाई गुरु वाले बन जाओ, अगला इदां दे भेखियां नूं वेख के गुनाह तेरा हुंदा है, पर उंगल सतगुरु गुरु गोबिंद सिंह महाराज जी वाल चुकी जाती है। वो कहंदा मैं देखे नहीं सिख किरपाना पा के इदां करदे ने, इदां करदे ने। ये गल्लां तां सुनन नूं मिलियां क्योंकि असी बाहरों सिख बने, साडी आत्मा सिख नहीं बनी। जे एक ककार असी तन दे उत्ते धारण कीते ने भाईओ वीरो, ये गल नूं पक्के रूप दे विच जिंदगी दे विच लैके जाओ। भैणो इस मत नूं आ साहिबजादियां नूं मुख रख के आ सोच अपनी बना के जाओ। जिंदगी दे विच ऐदां दा कर्म कोई नहीं करना जिस कर्म दे करके ये बाणी दी बदनामी हो जाए। मता किते ऐदां दा कोई गुनाह जिंदगी दे विच कर लियो भी गुनाह होवे तेरा, अगला कहे मैं वेखिया गुरु गोबिंद सिंह दे सिखां दा हाल। ऐदां दा गुनाह ना कोई किते जिंदगी विच हो जाए। सतगुरु जी ने जिथे धर्म की गल की ना, आ एक वचन ध्यान नाल सुने गुरु नानक साहिब महाराज जी का। वो कहते नानक सच्चे नाम बिन क्या टिक्का क्या तर। सच्चा नाम वो करते पुरख मालिक परमात्मा की बंदगी जे अंतर आत्मे विच नहीं वसी, फिर उस समय वो पुजारी नूं सवाल करते ने भी तेरे मथे ते लाया टिक्का, तन उत्ते पहनिया होया तग धागा जनेऊ की मायने रखदा है? कि जनेऊ पहन के धर्मी बन जाइदा? की मायने रखदा है? टिक्का ला के धर्मी बन जाइदा? जे तेरे अंदर नहीं बंदगी वसी, ये कोई मायने नहीं रखदा। ये सवाल ये उंगल सतगुरु जी ने सिर्फ पुजारी दे वल नहीं खड़ी कीती। सिखा जे 5 ककारी वर्दी पा के गुनाह तू करदा फिरदा है, सवाल तेरे उत्ते भी बराबर ही उठदा है भी अंदरों धर्मी नहीं बनया, आ तेरा बाहर पाया होया धर्म दा बाणा ये की मायने रखदा है? हुण कोई उठे ते ओ उठ के कह दे भी फिर जी अंदरों ही धर्मी बन जाने, इहदी लोड़ नहीं। ना प्यारे हो, जे गुरु दा हुक्म नहीं मन्निया प्रवान फिर भी नहीं जे होना। गुरु दा हुक्म नहीं मन्निया प्रवान फिर भी नहीं जे होना। सतगुरु जी ने ये 5 ककार एवें नहीं सी दिते। शायद आप जी दे नाल बाबा जी ने पहला ये बचना की सांझ पाई होवे, पर संखेप रूप च फिर समझियो। सिर्फ सतगुरु जी ने ऐदा नहीं भी एवें चक के एक किरपाना सिखां नूं पवा दित्तियां, एवें चक के सिखां नूं ये हदायत कर दी भी केस रखो, एवें सिखां नूं कह दित्ता भी हाथ विच कड़े पाओ, एवें सिखां नूं किते कह दित्ता भी तेल कशहरा पाउणा है। प्यारिओ ये चीज़ां बड़ियां मायने रखदियां ने, समझो। इन्हां नूं असीं गातरा पाया पर सच जाणिओ अद्धे तो वध सिखां नूं ये नहीं पता भी गातरा क्यों पाया, कादे लिए असी केस रखे ने। अद्धे तो वध सिखां नूं इस गल दा अंदाजा नहीं भी ये केस क्यों रखे ने।
यही कारण है जदों साडे बच्चियां दे अगे आके कोई दूजा सवाल जवाब करदा है ना, साडे बच्चियां दे कोले जवाब नहीं हुंदा। फिर हौली हौली एक दिन भी मनमुख कोल बैठे, 2 दिन भी बैठे, 3 दिन भी बैठे, चौथे पंजवें दिन नूं उहदी रंगत नूं मानण लग जांदे ने, क्योंकि वो सवाल उहने इदां दे करी जाने ने जिहदी हुण सोच पुट्ठी चलण लग पई, जिहदी सोच उल्ट चलण लग पई। ਉਹਨੇ सवाल उवें ਦੀਆਂ ਕੁੱਤਾਂ ਜਿਹਨੂੰ ਆਪਾਂ ਕਹਿੰਦੇ ਉਹਨੇ ਕੁੱਤਾਂ ਕਰੀ ਜਾਣੀਆਂ ਨੇ। ਜਦੋਂ ਹੁਣ ਜਵਾਬ ਕੋਲੇ ਨਾ ਹੋਇਆ ਫਿਰ ਸਾਡੇ ਜਿਹੜੇ ਬੱਚੇ ਨੇ ਉਹਨਾਂ ਨੂੰ ਹੌਲੀ ਹੌਲੀ ਲੱਗਣ ਲੱਗ ਜਾਏਗਾ ਕਿ ਇਹ ਬੰਦਾ ਸੱਚਾ ਹੈ, ਵੀ ਤਾਂ ਹੀ ਇਹਦੇ ਸਵਾਲਾਂ ਦੇ ਜਵਾਬ ਨਹੀਂ ਸਾਡੇ ਕੋਲੇ। ਪਿਆਰਿਓ, ਆਪਣੇ ਬੱਚਿਆਂ ਨੂੰ ਇਹ ਗੱਲਾਂ ਸਮਝਾਓ। ਇਹ ਵੇਖੋ ਸਤਿਗੁਰੂ ਜੀ ਨੇ ਜੇ ਕਿਰਪਾਨ ਸਿੱਖ ਨੂੰ ਦਿੱਤੀ, एक कृपान पढ़िए सतगुरु जी दे बचन। सतगुरु जी कहंदे शस्त्र गरीब की रखिया, जरवाणे की भखिया। एक कृपान सिर्फ ये नहीं भी तेनू दित्ती है बस ठीक है, एक कृपान सतगुरु जी ने तेनू तां दित्ती सी जिथे किते गरीब दे नाल धक्का हुंदा देखे ना, उत्थे उहदे नाल खड़ जाई जाके। सिख दीआं अखां किसे नाल धक्का हुंदा ना देखण, सिख दीआं ਜਿਹੜੀਆਂ ਅੱਖਾਂ ਨੇ ਉਹ ਜ਼ੁਲਮ ਹੁੰਦਾ ਨਾ ਦੇਖਣ, ਉਹ ਧੱਕਾ ਹੁੰਦਾ ਨਾ ਦੇਖਣ, ਜ਼ੁਲਮ ਹੁੰਦਾ ਨਾ ਦੇਖਣ। ਆ ਜ਼ਿੰਦਗੀ ਸਾਡੀ ਬਣਨੀ ਚਾਹੀਦੀ ਸੀ। ਕੇਸ ਤੈਨੂੰ ਸਿੱਖਿਆ ਦਿੰਦੇ ਸੀ ਵੀ ਜਿਵੇਂ ਦਾ ਰੱਬ ਨੇ ਸਰੂਪ ਬਣਾਤਾ ਉਵੇਂ ਦਾ ਸਰੂਪ ਲੈ ਕੇ ਜ਼ਿੰਦਗੀ ਜਿਉਣੀ ਹੈ, ਸਾਰੀ ਜ਼ਿੰਦਗੀ ਉਵੇਂ ਲੰਘਾਉਣੀ ਹੈ ਜਿਵੇਂ ਦੇ ਰੂਪ ਦੇ ਵਿੱਚ ਰੱਬ ਨੇ ਤੈਨੂੰ ਭੇਜਿਆ ਧਰਤੀ ਦੇ ਉੱਤੇ। ਰੱਬ ਦੇ ਭਾਣੇ ਵਿੱਚ ਜਿਉਣ ਦੀ ਜਾਂਚ ਸਿੱਖੀ। ਮੈਂ ਬਾਬਾ ਜਰਨੈਲ ਸਿੰਘ ਦੀ ਜ਼ਿੰਦਗੀ ਦੇ ਵਿੱਚੋਂ ਬਚਨ ਪੜ੍ਹਦਾ ਸੀ। ਕੋਈ ਆਇਆ ਆ ਕੇ ਕਹਿੰਦਾ, ਤੁਸੀਂ ਕਹਿੰਦਾ ਜੀ ਸਾਰਿਆਂ ਨੂੰ ਕਹਿੰਦੇ ਹੋ ਵੀ ਸਿੱਖ ਬਣੋ ਸਿੱਖ ਬਣੋ, ਕਿਉਂ ਕਹਿੰਦੇ ਹੋ? ਤੇ ਬੜੇ ਠਰਮੇ ਦੇ ਨਾਲ ਉਹਨਾਂ ਨੇ ਜਵਾਬ ਦਿੱਤਾ, ਕਹਿੰਦੇ ਮੈਂ ਨਹੀਂ ਕਹਿੰਦਾ ਵੀ ਸਿੱਖ ਬਣੋ, ਮੈਂ ਨਹੀਂ ਕਹਿੰਦਾ ਸਿੱਖ ਬਣੋ। ਕੁਦਰਤ ਇਹ ਮੰਗ ਕਰਦੀ ਹੈ, ਰੱਬ ਇਹ ਮੰਗ ਕਰਦਾ ਵੀ ਬੰਦੇ ਦਾ ਜਿਹੜਾ ਸਰੂਪ ਹੈ ਉਹ ਸਿੱਖ ਵਾਲਾ ਹੋਵੇ। ਉਹ ਜਿਹੜਾ ਸੀ ਨਾ ਉਹ ਅੱਗੋਂ ਕਹਿੰਦਾ ਜੀ ਕਹਿੰਦਾ ਪੜੋ ਖਾ ਤੁਸੀਂ ਪੁਰਾਤਨ ਇਤਿਹਾਸ ਨੂੰ। ਇਤਿਹਾਸ ਇਹ ਗੱਲ ਕਹਿੰਦਾ ਵੀ ਜਿਹੜੀ ਸਿੱਖ ਕੌਮ ਹੈ ਇਹ ਵੀ ਹਿੰਦੂਆਂ ਦੇ ਵਿੱਚੋਂ ਹੀ ਪੈਦਾ ਹੋਈ ਹੈ। ਹੁਣ ਜਿਹਨੇ ਉਲਝਾਣਾ ਹੋਵੇ ਨਾ ਉਹ ਏਦਾਂ ਦੀਆਂ ਪੁੱਠੀਆਂ ਜੀਆਂ ਗੱਲਾਂ ਨੇ ਜਿਹੜੀਆਂ ਉਹਨਾਂ ਨੂੰ ਦਿਮਾਗ 'ਚ ਰੱਖ ਕੇ ਗੱਲਾਂ ਕਰੇਗਾ। ਉਹ ਕਹਿੰਦਾ ਸਾਡੇ 'ਚੋਂ ਹੀ ਪੈਦਾ ਹੋਏ ਨੇ, ਸਾਡੇ ਵਰਗੇ ਨੇ। ਬਾਬਾ ਜਰਨੈਲ ਸਿੰਘ ਅੱਗੋਂ ਕਹਿੰਦੇ ਭਾਈ ਭੁਲੇਖੇ 'ਚ ਹੈ ਤੂੰ, ਭੁਲੇਖੇ 'ਚ ਹੈ ਤੂੰ। ਉਹ ਕਹਿੰਦਾ ਕਿਵੇਂ? ਕਹਿੰਦੇ ਇਦਾਂ ਕਰੀ, ਇੱਕ ਬੱਚਾ ਲਈ ਜਿਹੜਾ ਹਿੰਦੂਆਂ ਦੇ ਘਰ ਵਿੱਚ ਜਨਮਿਆ ਹੋਵੇ, ਦੂਸਰਾ ਬੱਚਾ ਲਈ ਜਿਹੜਾ ਮੁਸਲਮਾਨਾਂ ਦੇ ਘਰ ਵਿੱਚ ਜਨਮਿਆ ਹੋਵੇ, ਤੀਸਰਾ ਲੈ ਜਾਈ ਜਿਹੜਾ ਸਿੱਖਾਂ ਦੇ ਘਰ ਵਿੱਚ ਜਨਮਿਆ ਹੋਵੇ। ਇੱਕ ਕਮਰੇ 'ਚ ਕਰ ਦਿਓ ਬੰਦ, ਕਈ ਸਾਲ ਬਾਹਰ ਨਾ ਕੱਢੀ। ਜਦੋਂ ਜਵਾਨ ਹੋ ਗਏ ਉਹ ਬੱਚੇ, ਉਹਨਾਂ ਨੂੰ ਬਾਹਰ ਕੱਢੇਗਾ ਨਾ, ਫਿਰ ਲੋਕਾਂ ਨੂੰ ਦਿਖਾ ਕੇ ਪੁੱਛੀ ਵੀ ਇਹ ਕੌਣ ਨੇ। ਉਹਨਾਂ ਦੀ ਦੇਖ ਕੇ ਸਾਰਿਆਂ ਨੇ ਕਹਿਣਾ ਇਹ ਸਿੱਖ ਨੇ, ਕਿਉਂਕਿ ਚਿਹਰਿਆਂ ਤੇ ਦਾੜੇ ਹੋਣਗੇ, ਸਿਰ ਦੇ ਉੱਤੇ ਕੇਸ ਹੋਣਗੇ। ਕਹਿੰਦੇ ਆ ਹੁਣ ਉਹਦੀ ਦਿੱਖ ਜਿਹੜੀ ਸਿੱਖਾਂ ਵਾਲੀ ਸੀ ਲੈ ਜਾਈ ਉਹਨੂੰ ਅੱਗੇ, ਫਿਰ ਉਹਦੀ ਬੋਦੀ ਬਣਾਣੀ ਪਏਗੀ। ਇੱਕ ਸਿੱਖ ਦੇ ਵਿੱਚੋਂ ਹਿੰਦੂ ਨਿਕਲਦਾ, ਹਿੰਦੂਆਂ ਦੇ ਵਿੱਚੋਂ ਸਿੱਖ ਨਿਕਲਦੇ, ਕੱਢਦੇ ਭੁਲੇਖਾ ਆਪਣੇ ਅੰਦਰੋਂ ਕੱਢ। ਸੁਨਨਤ ਕਰੇਗਾ ਤਾਂ ਮੁਸਲਮਾਨ ਬਣੇਗਾ, ਤੇ ਉਦਾਂ ਹੀ ਰਹਿਣ ਦੇ, ਉਦਾਂ ਹੀ ਰਹਿਣ ਦੇ, ਉਦਾਂ ਹੀ ਇਹਨੂੰ ਜਿਉਣ ਦੇ। ਜਿਵੇਂ ਭੇਜਿਆ ਸੀ ਅਕਾਲ ਪੁਰਖ ਨੇ ਉਵੇਂ ਰਹਿਣ ਦੇ, ਆਜ਼ਾਦ ਹਸਤੀ ਨਾਲ ਜਿਉਣ ਦੇ। ਤੇ ਸਤਿਗੁਰੂ ਜੀ ਕਹਿੰਦੇ ਫਿਰ ਉਹਦੀ ਦਿੱਖ ਦੇਖੀ, ਫਿਰ ਗੱਲ ਕਰੀ। ਬਾਬਾ ਜਰਨੈਲ ਸਿੰਘ ਨੇ ਇਹ ਜਵਾਬ ਦਿੱਤਾ, ਕਹਿੰਦੇ ਭਾਈ ਫਿਰ ਉਹਦੀ ਦਿੱਖ ਦੇਖੀ, ਫਿਰ ਗੱਲ ਕਰੀ। ਕਹਿੰਦੇ ਠੀਕ ਹੈ, ਜਿਹੜੀ ਦੂਸਰੀ ਤੇਰੀ ਅੰਦਰ ਦੀ ਗੱਲ ਹੈ ਨਾ, ਲੈ ਇਹਦਾ ਜਵਾਬ ਵੀ ਹੁਣ ਸੁਣ ਕੇ ਜਾਈ। ਭਾਈ ਵੇਖ ਦੁੱਧ ਹੈ, ਦੁੱਧ ਦੇ ਵਿੱਚੋਂ ਨਿਕਲਦਾ ਦਹੀਂ, ਦੁੱਧ ਦੇ ਵਿੱਚੋਂ ਨਿਕਲਦੀ ਹੈ ਲੱਸੀ, ਦੁੱਧ ਦੇ ਵਿੱਚੋਂ ਨਿਕਲਿਆ ਮੱਖਣ, ਦੁੱਧ ਦੇ ਵਿੱਚੋਂ ਨਿਕਲਿਆ ਪਨੀਰ। ਅੰਤ ਨੂੰ ਦੁੱਧ ਦੇ ਵਿੱਚੋਂ ਮੱਖਣ ਜਿਹੜਾ ਕੱਢਿਆ ਸੀ ਸੇਕ ਦਿੱਤਾ,
ਸੇਕ ਦਿੰਦਿਆਂ ਗਰਮ ਹੋ ਕੇ ਉਹ ਬਣ ਗਿਆ ਦੇਸੀ ਘਿਓ। ਕਹਿੰਦੇ ਹੁਣ ਦੱਸ ਕਦੇ ਬਾਜ਼ਾਰ ਦੇ ਵਿੱਚ ਜਾ ਕੇ ਇਹ ਗੱਲ ਹੋਈ ਹੈ ਵੀ ਦੇਸੀ ਘਿਓ ਨੂੰ ਦੁੱਧ ਕਿਹਾ ਹੋਵੇ, ਦਹੀਂ ਨੂੰ ਕਿਹਾ ਹੋਵੇ ਵੀ ਆਹ ਦੁੱਧ ਹੈ, ਦਹੀਂ ਨੂੰ ਕਿਹਾ ਹੋਵੇ ਦੁੱਧ ਹੈ। ਕਹਿੰਦਾ ਜੀ ਇਦਾਂ ਕਿਵੇਂ ਹੋ ਸਕਦਾ? ਤੇ ਕਹਿੰਦੇ ਜੇ ਕਿਤੇ ਸਮਾਂ ਇਦਾਂ ਦਾ ਆ ਜਾਵੇ ਦੁੱਧ ਤੇ ਦਹੀਂ ਦਾ ਮਿਲਾਪ ਹੋ ਜਾਏ, ਫਿਰ ਦੱਸ ਜਿਹੜਾ ਦਹੀਂ ਹੈ ਉਹ ਦੁੱਧ ਬਣੇਗਾ ਕਿ ਜਿਹੜਾ ਦੁੱਧ ਹੈ ਉਹ ਦਹੀਂ ਬਣ ਜਾਏਗਾ? ਕਹਿੰਦਾ ਜੀ ਦਹੀਂ ਦੇ ਤੇ ਦੋ ਛਿੱਟੇ ਡਿੱਗ ਪੈਣ, ਉਹ ਵੱਡੇ ਦਾ ਵੱਡਾ ਭਰਿਆ ਹੋਇਆ ਟੱਬ ਹੈ ਨਾ ਜਿਹੜਾ ਦੁੱਧ ਦਾ, ਉਹਨੂੰ ਦਹੀਂ ਬਣਾ ਦਿੰਦੇ ਨੇ। ਕਹਿੰਦੇ ਬਸ ਇਹੀ ਸਮਝ ਲੈ ਦੁੱਧ ਵਿੱਚੋਂ ਦਹੀਂ ਨਿਕਲਿਆ, ਆਪਣੀ ਆਜ਼ਾਦ ਹਸਤੀ ਰੱਖਦਾ ਹੈ, ਆਜ਼ਾਦ ਹਸਤੀ ਰੱਖਦਾ। ਠੀਕ ਹੈ, ਕੋਈ ਸਮਾਂ ਉਹ ਸੀ ਜਿਸ ਸਮੇਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਪਰਿਵਾਰ ਉਹ ਹਿੰਦੂ ਧਰਮ ਦੀਆਂ ਮਨੌਤਾਂ ਨੂੰ ਮੰਨਣ ਵਾਲਾ ਸੀ, ਪਰ ਜਿਸ ਦਿਨ ਸਤਿਗੁਰੂ ਜੀ ਨੇ ਜਨੇਊ ਪਾਉਣ ਤੋਂ ਇਨਕਾਰ ਕਰ ਦਿੱਤਾ ਸੀ ਨਾ, ਉਦਣ ਆਪਣੀ ਆਜ਼ਾਦ ਹਸਤੀ ਸਤਿਗੁਰੂ ਜੀ ਨੇ ਦਿੱਤੀ ਸੀ ਵੀ ਮੈਂ ਆ ਧਰਮਾਂ ਦਾ ਜਿਹੜਾ ਪਾਇਆ ਹੋਇਆ ਭਰਮ ਜਾਲ ਹੈ ਇਹਦੇ ਵਿੱਚੋਂ ਨਿਕਲ ਕੇ ਵੱਖਰੇ ਰਸਤੇ ਦਾ ਪਾਂਦੀ ਆ, ਇਹ ਰਸਤੇ ਤੇ ਤੁਰਨ ਵਾਲਾ ਨਹੀਂ, ਇਹਦਾ ਵੱਖਰੇ ਰਸਤੇ ਦਾ ਪਾਂਦੀ ਆ। ਆ ਕੇਸ ਜਿਹੜੇ ਸੀ ਇਹ ਸਾਡੀ ਦਿੱਖ ਸੀ, ਪਹਿਚਾਣ ਸੀ ਸਾਡੀ, ਤੇ ਪਹਿਚਾਣ ਅਸੀਂ ਗਵਾ ਲਈ, ਪਹਿਚਾਣ ਗਵਾ ਲਈ। ਬੱਚੇ ਫਿਰਦੇ ਹੁਣ 4-5 ਖੇਡਦੇ, ਇੱਕ ਦੇ ਜੂੜਾ ਹੋਵੇ ਦੂਰੋਂ ਪਤਾ ਲੱਗਦਾ ਵੀ ਸਿੱਖਾਂ ਦਾ, ਤੇ ਦੂਸਰਾ ਭਾਵੇਂ ਹੋਵੇ ਸਿੱਖਾਂ ਦਾ ਹੀ, ਸਿਰ ਤੋਂ ਕੇਸ ਕੱਟੇ ਹੋਣ, ਉਹਨੂੰ ਖੜਾ ਦਿਓ ਚਾਰਾਂ ਦੇ ਵਿੱਚ, ਉਹਨੂੰ ਕਹੋ ਵੀ ਪਛਾਣ ਵੀ ਕਿਹੜਾ ਸਰਦਾਰਾਂ ਦਾ, ਇੱਕੋ ਜਿਹੇ ਲੱਗਣਗੇ, ਕੋਈ ਫਰਕ ਨਹੀਂ, ਕੋਈ ਫਰਕ ਨਹੀਂ। ਇਹ ਵਖਰੇਵਾਂ ਪੈਦਾ ਕਰਨ ਦੀ ਗੱਲ ਨਹੀਂ ਵੀ ਵੱਖਰੇ ਜਿਹੇ ਲੱਗਣਾ ਚਾਹੀਦੇ, ਨਹੀਂ ਪਿਆਰਿਓ, ਅਸੀਂ ਨਿਆਰੇ ਆ, ਸਰੀਰ ਕਰਕੇ ਅਸੀਂ ਬਿਲਕੁਲ ਇਨਸਾਨ ਸਾਰੇ ਇੱਕੋ ਜਿਹੇ ਨੇ, ਸਾਰਿਆਂ ਦੇ ਅੰਦਰ ਇੱਕੋ ਜਿਹਾ ਖੂਨ ਹੈ, ਸਾਰਿਆਂ ਦੇ ਅੰਦਰ ਇੱਕੋ ਜਿਹੇ ਅੰਗ ਨੇ, ਜਿਹੜੇ ਦਿਲ ਸਾਰਿਆਂ ਦੇ ਅੰਦਰ ਇੱਕੋ ਜਿਹਾ ਜਿਹੜਾ ਲਹੂ ਸਪਲਾਈ ਕਰਦਾ, ਲਹੂ ਸਾਫ਼ ਕਰਦਾ, ਗੁਰਦੇ ਜਿਗਰ ਸਭ ਕੁਝ ਇੱਕੋ ਜਿਹਾ ਹੈ, ਪਰ ਸੋਚ ਕਰਕੇ ਖਾਲਸਾ ਜਿਹੜਾ ਨਿਆਰਾ ਹੈ ਸਾਰਿਆਂ ਨਾਲੋਂ ਨਿਆਰਾ ਹੈ। ਸਵਾਲ ਇਹ ਬਣਦਾ ਨਹੀਂ ਵੀ ਕੇਸ ਰੱਖੀਏ ਕਿਉਂ, ਸਵਾਲ ਇਹ ਬਣਦਾ ਵੀ ਕੇਸ ਕੱਟੀਏ ਕਿਉਂ, ਕਿਉਂਕਿ ਰੱਬ ਨੇ ਦਿੱਤੇ ਨੇ, ਸੰਭਾਲੇ ਹੋਏ ਨੇ, ਬਸ ਜਿਵੇਂ ਦਾ ਉਹਨੇ ਬਣਾਤਾ ਉਵੇਂ ਦੇ ਤੁਰੇ ਆ ਰਹੇ ਆ। ਕੰਗਾ ਸਿਰਫ ਇਹ ਨਹੀਂ ਵੀ ਸਿਰ ਦੇ ਵਾਲਾਂ ਨੂੰ ਵਾਉਣ ਦੇ ਲਈ ਦਿੱਤਾ ਹੈ, ਪਿਆਰਿਓ ਲੱਕੜ ਨੂੰ ਲਿਆਂਦਾ ਗਿਆ, ਲੱਕੜ ਨੂੰ ਲਿਆ ਕੇ ਕਈ ਵਾਰ ਰੰਦੇ ਵਿੱਚ ਦੀ ਕੱਢਿਆ ਗਿਆ, ਰੰਦੇ ਵਿੱਚ ਦੀ ਕੱਢਣ ਤੋਂ ਬਾਅਦ ਉਹਦੇ ਵਿੱਚ ਆਰੀ ਦੇ ਦੰਦੇ ਫਿਰੇ, ਆਰੀ ਦੇ ਦੰਦੇ ਫਿਰਨ ਤੋਂ ਬਾਅਦ ਉਹਦੀ ਸਫਾਈ ਕਈ ਪ੍ਰਕਾਰ ਦੇ ਰੇਗਮਾਰ ਦੇ ਨਾਲ ਹੋਈ, ਫਿਰ ਜਾ ਕੇ ਉਹ ਕੰਗਾ ਜਿਹੜਾ ਸਿਰ ਦਾ ਤਾਜ ਬਣਿਆ। ਇੰਨੀ ਕਿਤੇ ਘਾਲਣਾ ਤੇਰੀ ਜ਼ਿੰਦਗੀ ਦੀ ਘਾਲੀ ਜਾਵੇ ਨਾ, ਫਿਰ ਤੇਰਾ ਸਿਰ ਦੇ ਵਿੱਚ ਕੰਗਾ ਲਾਇਆ ਪ੍ਰਵਾਨ ਹੈ। ਜਿਹੜਾ ਆਪਣੇ ਨੂੰ ਆਰੀ ਥੱਲੇ ਦੀ ਲੰਘਾ ਗਿਆ ਉਹ ਸਿਰ ਦੇ ਵਿੱਚ ਬਣਿਆ। ਸਿੱਖਾ ਤੈਨੂੰ ਇਹ ਉਪਦੇਸ਼ ਸੀ, ਤੈਨੂੰ ਇਹ ਸਿਧਾਂਤ ਤੇਰੀ ਝੋਲੀ ਦੇ ਵਿੱਚ ਪਾਇਆ ਸੀ ਵੀ ਜੇ ਸੁਪਰੀਮ ਬਣਨਾ ਹੈ, ਸਿਰ ਦਾ ਤਾਜ ਬਣਨਾ ਹੈ, ਤੇ ਹੋ ਸਕਦਾ ਇੱਕ ਦਿਨ ਉਹ ਵੀ ਆਵੇ ਜਿੱਦਣ ਆਰੀ ਦੇ ਥੱਲੇ ਦੀ ਲੰਘਣਾ ਪੈ ਜਾਏ। ਤਿਆਰ ਨਹੀਂ, ਜਜ਼ਬਾ ਹੋਣਾ ਚਾਹੀਦਾ ਤੇਰੇ ਅੰਦਰ। ਸਿੱਖ ਦੇ ਉੱਚੇ ਆਚਰਣ ਦਾ ਪ੍ਰਤੀਕ ਸੀ ਜਿਹੜਾ ਤੇਰੇ ਤੇੜ ਸਿੱਖਾ ਕਸ਼ਹਿਰਾ ਪਵਾਇਆ ਤੇਰੇ ਗੁਰੂ ਨੇ। ਆਚਰਣ ਵਿੱਚ ਢਿੱਲ ਨਹੀਂ ਸੀ ਹੋਣੀ ਚਾਹੀਦੀ, ਨਹੀਂ ਸੀ ਹੋਣੀ ਚਾਹੀਦੀ। ਹੱਥ ਵਿੱਚ ਕੜਾ ਤੇਰੇ ਪਵਾਇਆ, ਤੇ ਇਹ ਕੜਾ ਜਦੋਂ ਕਿਤੇ ਮਾੜੇ ਪਾਸੇ ਨੂੰ ਤੁਰਦਾ, ਤੈਨੂੰ ਨਾਲ ਦੀ ਨਾਲ ਜਿਹੜੀ ਸਤਿਗੁਰੂ ਜੀ ਦੀ ਬਾਣੀ ਹੈ ਨਾ, ਇਹ ਧਿਆਨ ਵਿੱਚ ਆਉਂਦੀ ਤੇਰੇ ਵੀ ਮੇਰਾ ਗੁਰੂ ਕਹਿੰਦਾ ਪਰਾਇਆ ਹੱਕ ਨਹੀਂ ਮਾਰਨਾ, ਮਿਹਨਤ ਕਰਕੇ ਖਾਣੀਆਂ ਹੱਕ ਪਰਾਇਆ ਨਾਨਕਾ, ਉਸ ਸੂਰ ਉਸ ਗਾਏ ਗੁਰ ਪੀਰ ਹਾਮਾ ਤਾਂ ਭਰੇ, ਜਾ ਮੁਰਦਾਰ ਨਾ ਖਾਏ ਆ ਮੁਰਦਾਰ ਖਾਣ। ਇਹਨੂੰ ਸਤਿਗੁਰੂ ਜੀ ਨੇ ਅਸਲ ਮੁਰਦਾ ਮੰਨਿਆ, ਕਿਸੇ ਦਾ ਹੱਕ ਮਾਰ ਕੇ ਆਪਣੇ ਘਰ ਲੈ ਕੇ ਆਉਣਾ। ਆ ਹੋਣੀ ਚਾਹੀਦੀ ਸੀ। ਤੇ ਵਜ਼ੀਰ ਖਾਂ ਇਸ ਸੋਚ ਨੂੰ ਸਮਝਦਾ ਵੀ ਇਹਨਾਂ ਦੀ ਸੋਚ ਅੰਦਰੋਂ ਏਦਾਂ ਦੀ ਹੈ,
ਉਹ ਸਾਹਿਬਜ਼ਾਦਿਆਂ ਨੂੰ ਸਰੀਰ ਕਰਕੇ ਨਹੀਂ ਕਹਿੰਦਾ ਵੀ ਕਕਾਰ ਉਤਾਰ ਦਿਓ, ਸਰੀਰ ਕਰਕੇ ਨਹੀਂ ਕਹਿੰਦਾ, ਉਹ ਅੰਤਰ ਆਤਮਾ ਦੇ ਤਲ ਦੇ ਉੱਤੇ ਕਹਿੰਦੇ, ਜ਼ਮੀਰ ਦੇ ਤਲ ਉੱਤੇ ਟੋਂਦਿਆਂ ਕਹਿੰਦਾ ਵੀ ਬੱਚਿਓ ਸਿੱਖੀ ਛੱਡ ਦਿਓ, ਸਿੱਖੀ ਛੱਡ ਦਿਓ। ਤੇ ਬਾਬਾ ਫਤਿਹ ਸਿੰਘ ਪੁੱਛਦਾ, ਕਹਿੰਦੇ ਵਜ਼ੀਰ ਖਾਨ ਨੂੰ ਸੰਬੋਧਨ ਹੋਇਆ, ਕਹਿੰਦਾ ਵੀ ਜੇ ਅਸੀਂ ਸਿੱਖੀ ਛੱਡ ਦਈਏ ਤੇ 10 ਫਿਰ ਮੌਤ ਨਹੀਂ ਆਉਣੀ, ਕਾਜੀ ਬਣ ਜਾਈਏ, ਮੋਮਨ ਹੋ ਜਾਈਏ, ਮੌਤ ਨਹੀਂ ਆਉਣੀ। ਤੇ ਕਾਜੀ ਹੈ ਜਿਹੜਾ ਉਹ ਜਵਾਬ ਦਿੰਦਾ, ਵਜ਼ੀਰ ਖਾਨ ਦੀ ਕਚਹਿਰੀ ਵਿੱਚ ਜਿਹੜਾ ਖੜਾ ਕਾਜੀ ਹੈ ਉਹ ਜਵਾਬ ਦਿੰਦਾ, ਕਹਿੰਦਾ ਮੌਤ ਅਟਲ ਸਚਾਈ ਹੈ, ਮੌਤ ਅਟਲ ਸਚਾਈ ਹੈ, ਆਏਗੀ, ਮੁਸਲਮਾਨ ਨੂੰ ਵੀ ਆਏਗੀ, ਤੁਹਾਨੂੰ ਵੀ ਆਏਗੀ, ਹਿੰਦੂ ਨੂੰ ਵੀ ਆਏਗੀ, ਤੇ ਸਾਰਿਆਂ ਨੂੰ ਆਉਣੀ ਹੈ। ਪਰ ਜਿਸ ਦਿਨ ਕਿਆਮਤ ਦਾ ਦਿਨ ਆਏਗਾ ਨਾ, ਉਦੋਂ ਰੱਬ ਜੇਕਰ ਤੁਸੀਂ ਧਰਮ ਦੇ, ਸਾਡੇ ਧਰਮ ਦੇ ਅਨੁਸਾਰ ਜ਼ਿੰਦਗੀ ਜਿਉ ਕੇ ਜਾਓਗੇ, ਕਿਆਮਤ ਦਾ ਦਿਨ ਜਿਸ ਦਿਨ ਆਏਗਾ ਨਾ, ਉਸ ਦਿਨ ਉਹਨਾਂ ਦੀ ਮਨੌਤ ਹੈ ਇਦਾਂ ਦੀ। ਉਹ ਇਸੇ ਕਰਕੇ ਬੰਦਾ ਦਬਦੇ ਨੇ ਵੀ ਇੱਕ ਦਿਨ ਕਿਆਮਤ ਦਾ ਦਿਨ ਆਏਗਾ ਜਿਸ ਦਿਨ ਮੁਰਦੇ ਜਿਹੜੇ ਨੇ ਉੱਠ ਕੇ ਖੜੇ ਹੋ ਜਾਣਗੇ, ਇਹਨਾਂ ਦੇ ਕੀਤੇ ਹੋਏ ਕਰਮਾਂ ਦੇ ਅਨੁਸਾਰ। ਜਿਹੜੇ ਚੰਗੇ ਕਰਮਾਂ ਵਾਲੇ ਨੇ ਉਹਨਾਂ ਨੂੰ ਬਹਿਸ਼ਤ ਹੈ ਜਿਹੜੀ ਉਹ ਮਿਲੇਗੀ, ਤੇ ਜਿਹੜੇ ਮਾੜੇ ਕਰਮਾਂ ਵਾਲੇ ਨੇ ਉਹਨਾਂ ਨੂੰ ਦੋਜ਼ਖ ਦੀ ਅੱਗ 'ਚ ਸੱਟਿਆ ਜਾਊ। ਉਹ ਕਹਿੰਦਾ ਜੇ ਤੁਸੀਂ ਸਾਡੇ ਧਰਮ ਦੇ ਅਨੁਸਾਰ ਹੋ ਕੇ ਚੱਲੋਗੇ ਤੁਹਾਨੂੰ ਸਵਰਗ ਮਿਲੇਗਾ, ਸਵਰਗ ਪ੍ਰਾਪਤ ਹੋਏਗਾ, ਜਿਉਂਦੇ ਵੀ ਤੁਹਾਨੂੰ ਰਾਜ ਭਾਗ ਮਿਲਣਗੇ, ਮਰਨ ਤੋਂ ਬਾਅਦ ਵੀ ਸਵਰਗ ਮਿਲੇਗਾ। ਤੇ ਸਾਹਿਬਜ਼ਾਦੇ ਅੱਗੋਂ ਹੱਸ ਕੇ ਕਹਿੰਦੇ ਉਹ ਭੋਲਿਆ, ਆ ਸਵਰਗ ਦਾ ਲਾਲਚ ਨਰਕਾਂ ਦੇ ਡਰਾਵੇ ਕਿਹਨੂੰ ਦਿੰਦਾ? ਅਸੀਂ ਤਾਂ ਉਹ ਆ ਜਿਨ੍ਹਾਂ ਦਾ ਗੁਰੂ ਸਾਨੂੰ ਇਹ ਉਪਦੇਸ਼ ਦਿੰਦਾ, ਕਵਣ ਨਰਕ ਕਿਆ ਸੁਰਗ ਵਿਚਾਰਾ, ਸੰਤਨ ਦੋ ਰਾਤੇ। ਅਸੀਂ ਤੇ ਰੱਦ ਕਰਦੇ ਆ, ਤੂੰ ਮਰਨ ਤੋਂ ਬਾਅਦ ਦੀ ਗੱਲ ਕਰਦਾ। ਅਸੀਂ ਜਿਉਂਦੇ ਜੀ ਗੁਰੂ ਦੇ ਚਰਨਾਂ ਉੱਤੋਂ ਇੱਕ ਨਹੀਂ ਅਨੇਕਾਂ ਸਵਰਗ ਕੁਰਬਾਨ ਕਰ ਸਕਦੇ ਆ। ਵਜ਼ੀਰ ਖਾਂ ਸਿੱਖੀ ਐਵੇਂ ਥੋੜਾ ਮਿਲਦੀ ਹੈ, ਤੇਰੇ ਆ ਨਿੱਕੇ ਨਿੱਕੇ ਲਾਲਚਾਂ ਦੇ ਅੱਗੇ ਸਿੱਖੀ ਛੱਡਦੀ ਐਵੇਂ ਥੋੜਾ ਮਿਲਦੀ ਹੈ। ਮਨ ਵਿੱਚ ਸੋਚਦਾ ਵੀ ਬੱਚੇ ਨੇ, ਹਲੇ ਗਰੂਰ ਹੈ ਇਹਨਾਂ ਦੇ ਅੰਦਰ। ਕਹਿੰਦਾ ਏਦਾਂ ਕਰੋ, ਅੱਜ ਦਾ ਦਿਨ ਇਹਨਾਂ ਨੂੰ ਫਿਰ ਉਸੇ ਠੰਡੇ ਬੁਰਜ ਦੇ ਵਿੱਚ ਭੇਜ ਦਿਓ, ਕੱਲ ਦਾ ਦਿਨ ਜਦੋਂ ਆਏਗਾ ਨਾ, ਕੱਲ ਨੂੰ ਗੱਲ ਕਰਾਂਗੇ ਇਹਨਾਂ ਦੇ ਨਾਲ। ਵਜ਼ੀਰ ਖਾਨ ਆਪਣੇ ਘਰ ਵਿੱਚ ਆ ਗਿਆ, ਸਾਹਿਬਜ਼ਾਦਿਆਂ ਨੂੰ ਠੰਡੇ ਬੁਰਜ ਵਿੱਚ ਭੇਜ ਦਿੱਤਾ। ਸਾਰੀ ਰਾਤ ਫਿਰ ਠੰਡੇ ਬੁਰਜ ਦੇ ਵਿੱਚ ਮਾਂ ਦੇ ਕੋਲੋਂ ਇਤਿਹਾਸ ਸੁਣਦਿਆਂ, ਗੁਰਬਾਣੀ ਸੁਣਦਿਆਂ ਉਹਨਾਂ ਸਾਹਿਬਜ਼ਾਦਿਆਂ ਨੇ ਬਤੀਤ ਕੀਤੀ। ਅੰਮ੍ਰਿਤ ਵੇਲੇ ਦਾ ਸਮਾਂ ਹੋਇਆ, ਫਿਰ ਨਿਤਨੇਮ ਦਾ ਜਾਪ ਹੁੰਦਾ ਹੈ। ਨਿਤਨੇਮ ਦਾ ਜਾਪ ਕਰਕੇ ਅਰਦਾਸ ਬੇਨਤੀ ਹੁੰਦੀ ਹੈ, ਚੜ੍ਹਦੀ ਕਲਾ ਵਿੱਚ ਰਹਿਣ ਦੀ ਦਾਤ ਉਸ ਅਕਾਲ ਪੁਰਖ ਤੋਂ ਮੰਗੀ ਜਾਂਦੀ ਹੈ। ਤੇ ਸਿਪਾਹੀ ਫਿਰ ਲੈਣ ਦੇ ਲਈ ਆ ਗਏ, ਸਿਪਾਹੀ ਲੈਣ ਲਈ ਆ ਗਏ। ਆ ਕੇ ਵਜ਼ੀਰ ਖਾਨ ਨੇ ਅੱਜ ਹੁਣ ਖੇਡ ਇੱਕ ਹੈ ਜਿਹੜੀ ਖੇਡਣ ਲੱਗਿਆ ਬੱਚਿਆਂ ਦੇ ਨਾਲ, ਬੱਚੇ ਸਮਝ ਕੇ। ਕਹਿੰਦਾ ਵੀ ਕੱਲ ਇਹਨਾਂ ਨੇ ਸੀਸ ਨਹੀਂ ਸੀ ਝੁਕਾਇਆ, ਅੱਜ ਆਪਾਂ ਖੇਡ ਇਦਾਂ ਦੀ ਖੇਡਦੇ ਆ, ਇਹਨਾਂ ਦਾ ਸੀਸ ਝੁਕ ਜਾਏਗਾ। ਉਹਦੇ ਨਾਲ ਦੇ ਜਿਹੜੇ ਅਹਿਲਕਾਰ ਨੇ ਉਹ ਵੀ ਇਹ ਸੋਚਦੇ ਨੇ ਵੀ ਸੀਸ ਝੁਕ ਜਾਏਗਾ। ਸਿਰ ਜਦੋਂ ਝੁਕ ਗਿਆ ਤੇ ਵਜ਼ੀਰ ਖਾਂ ਹੈ ਜਿਹੜਾ, ਉਹਨੂੰ ਕਹਿ ਦਿਆਂਗੇ ਵੀ ਸਾਹਿਬਜ਼ਾਦੇ ਤੇਰੇ ਅੱਗੇ ਝੁਕ ਗਏ। ਹੋ ਸਕਦਾ ਉਹਦਾ ਜਿਹੜਾ ਕਠੋਰ ਹਿਰਦਾ ਥੋੜਾ ਪਿਘਲ ਜਾਏ। ਹੁਣ ਜਿਹੜੇ ਇਹ ਜ਼ੁਲਮ ਨੂੰ ਹੁੰਦਿਆਂ ਦੇਖ ਰਹੇ ਨੇ, ਇੱਕ ਵਾਰ ਕੰਬ ਤੇ ਹਰ ਇੱਕ ਬੰਦਾ ਅੰਦਰੋਂ ਰਿਹਾ ਵੀ ਨਿੱਕੇ ਨਿੱਕੇ ਬੱਚਿਆਂ ਦੇ ਨਾਲ ਐਡਾ ਜ਼ੁਲਮ ਕੀਤਾ ਜਾ ਰਿਹਾ, ਕਿਵੇਂ ਨਾ ਕਿਵੇਂ ਕਿਸੇ ਢੰਗ ਦੇ ਨਾਲ ਇਨਸਾਫ ਹੋਵੇ ਚਾਹੁੰਦਾ ਹਰ ਇੱਕ ਹੈ। ਪਰ ਵਜ਼ੀਰ ਖਾਂ ਤੋਂ ਡਰਦਾ, ਬੋਲਦਾ ਕੋਈ ਨਹੀਂ, ਸੱਚ ਬੋਲਣ ਦੀ ਜ਼ਰੂਰਤ ਨਹੀਂ ਅੰਦਰ ਵੀ ਗਲਤ ਹੋ ਰਿਹਾ ਹੈ, ਗਲਤ ਨੂੰ ਗਲਤ ਕਹਿਣ ਦੀ ਹਿੰਮਤ ਨਹੀਂ ਵੀ ਜੋ ਹੋ ਰਿਹਾ ਇਹ ਸਹੀ ਨਹੀਂ ਹੋ ਰਿਹਾ, ਇਹ ਗਲਤ ਹੋ ਰਿਹਾ। ਤੇ ਹੁਣ ਵਜ਼ੀਰ ਖਾਨ ਦੇ ਜਿਹੜੇ ਸਿਪਾਹੀ ਨੇ ਉਹਨਾਂ ਨੇ ਕੀ ਕੀਤਾ, ਵੱਡਾ ਦਰਵਾਜ਼ਾ ਬੰਦ ਕਰਤਾ। ਛੋਟੀ ਜੀ ਇੱਕ ਬਾਰੀ ਹੈ ਜਿਹੜੀ ਉਹ ਖੋਲੀ,
ਉਹ ਛੋਟੀ ਜੀ ਬਾਰੀ ਖੋਲੀ ਵੀ ਇਹਦੇ ਵਿੱਚ ਦੀ ਜਦੋਂ ਲੰਘਣਗੇ ਸੀਸ ਝੁਕਾ ਕੇ ਲੰਘਣਾ ਪਏਗਾ। ਪਰ ਕਮਾਲ ਦੀ ਗੱਲ, ਜਦੋਂ ਉਸ ਦਰਵਾਜ਼ੇ ਕੋਲ ਆਏ ਨਾ, ਬਾਬਾ ਜੋਰਾਵਰ ਸਿੰਘ ਅੱਗੇ ਵਧਣ ਲੱਗਾ ਤੇ 5-6 ਸਾਲਾਂ ਦਾ ਹੈ ਬਾਬਾ ਫਤਿਹ ਸਿੰਘ, ਤੇ ਕਿੱਡਾ ਤੇਜ਼ ਦਿਮਾਗ ਹੋਏਗਾ ਉਸ ਬੱਚੇ ਦਾ। ਬਾਹੋਂ ਫੜ ਕੇ ਵੀਰ ਨੂੰ ਰੋਕ ਲਿਆ, ਕਹਿੰਦਾ ਵੀਰਾ ਰੁਕ ਜਾ, ਕਹਿੰਦਾ ਦੇਖ ਸਾਹਮਣੇ, ਦੇਖ ਧਿਆਨ ਨਾਲ, ਜਿਹੜਾ ਦਰਵਾਜ਼ੇ ਬੰਦ ਹੈ, ਇਹਨਾਂ ਨੇ ਛੋਟੀ ਬਾਰੀ ਹੈ ਜਿਹੜੀ ਖੋਲੀ ਹੈ, ਆਪਾਂ ਜਦੋਂ ਅੱਗੇ ਲੰਘਾਂਗੇ ਸੀਸ ਝੁਕ ਜਾਣੇ ਨੇ। ਜਿਹੜਾ ਸੀਸ ਗੁਰੂ ਗੋਬਿੰਦ ਸਿੰਘ ਦੇ ਚਰਨਾਂ ਉੱਤੇ ਝੁਕਿਆ ਹੋਵੇ ਉਹ ਹੋਰ ਕਿਤੇ ਕਿਉਂ ਝੁਕਾਣਾ। ਵਜ਼ੀਰ ਖਾਨ ਹੈ ਜਿਹੜਾ ਅੰਦਰ ਇਹ ਇੱਛਾ ਦੇ ਵਿੱਚ ਬੈਠਾ ਹੈ ਵੀ ਸਾਹਿਬਜ਼ਾਦੇ ਹੁਣ ਜਦੋਂ ਅੰਦਰ ਆਉਣਗੇ ਝੁਕੇ ਹੋਏ ਸੀਸਾਂ ਦੇ ਨਾਲ ਅੰਦਰ ਆਉਣਗੇ। ਬਾਰੀ ਖੁੱਲੀ, ਵਜ਼ੀਰ ਖਾਨ ਦਾ ਗਰੂਰ ਟੁੱਟ ਕੇ ਚੂਰੋ ਚੂਰ ਹੋ ਗਿਆ। ਉਹ ਝੁਕੇ ਹੋਏ ਸੀਸ ਦੇਖਣਾ ਚਾਹੁੰਦਾ ਸੀ, ਸਾਹਿਬਜ਼ਾਦਿਆਂ ਦੇ ਪੈਰਾਂ ਦੀਆਂ ਜੁੱਤੀਆਂ ਦੇ ਦਦਾਰੇ ਹੋਏ। ਜੋੜਾ ਦੇਖਿਆ, ਅੰਦਰੋਂ ਹਿੱਲ ਗਿਆ ਵੀ ਮੈਂ ਤੇ ਮਾਸੂਮ ਸਮਝਦਾ ਸੀ, ਇੰਨੀ ਸਮਝ ਇਹਨਾਂ ਦੇ ਕੋਲ। ਖਿਜ ਗਿਆ। ਅੱਜ ਵਜ਼ੀਰ ਖਾਨ ਨੇ ਖਿਜੇ ਹੋਏ ਨੇ, ਬਹੁਤੀ ਲੰਮੀ ਚੌੜੀ ਕਚਹਿਰੀ ਨਹੀਂ ਲਾਈ, ਸਿੱਧਾ ਪੁੱਛਦਾ, ਕਹਿੰਦਾ ਜਿਉਂਦੇ ਛੱਡ ਦਈਏ ਕੀ ਕਰੋਗੇ। ਕਾਜੀ ਨੂੰ ਕਹਿੰਦੇ ਵੀ ਫਤਵਾ ਸੁਣਾਓ ਇਹਨਾਂ ਦੇ ਲਈ। ਕਾਜੀ ਹੈ ਜਿਹੜਾ ਉਹ ਹੁਣ ਵੇਖਦਾ ਹੈ, ਫਰੋਲਦਾ ਹੈ, ਸਾਰੇ ਆਪਣੇ ਧਰਮ ਦੀ ਸ਼ਰ੍ਹਾ ਨੂੰ ਫਰੋਲਣ ਤੋਂ ਬਾਅਦ ਕਾਜੀ ਨੇ ਇਹ ਗੱਲ ਇੱਕ ਵਾਰ ਆਖੀ ਵੀ ਮਾਸੂਮ ਬੱਚੇ ਨੇ, ਇਸਲਾਮ ਇਹ ਗੱਲ ਦੀ ਆਗਿਆ ਨਹੀਂ ਦਿੰਦਾ ਵੀ ਇਹਨਾਂ ਬੱਚਿਆਂ ਦੇ ਉੱਤੇ ਕੋਈ ਜ਼ੁਲਮ ਕੀਤਾ ਜਾਵੇ। ਇਸਲਾਮ ਇਹ ਗੱਲ ਦੀ ਆਗਿਆ ਨਹੀਂ ਦਿੰਦਾ। ਤੇ ਸੱਚ ਜਾਣਿਓ ਪਿਆਰਿਓ, ਸਾਡਾ ਇਸਲਾਮ ਦੇ ਨਾਲ ਕੋਈ ਰੌਲਾ ਨਹੀਂ, ਪਰ ਜਿਹੜਾ ਬੰਦਾ ਇਨਸਾਨੀਅਤ ਦਾ ਦੁਸ਼ਮਣ ਹੈ ਨਾ, ਉਹ ਸੱਚ ਜਾਣੇ ਉਹ ਕਿਸੇ ਵੀ ਧਰਮ ਦੇ ਨਾਲ ਸੰਬੰਧਿਤ ਨਹੀਂ ਹੋ ਸਕਦਾ, ਕਿਸੇ ਵੀ ਧਰਮ ਨਾਲ। ਜਿਹੜੇ ਬੰਦੇ ਦੇ ਅੰਦਰ ਇਹ ਭਾਵਨਾ ਹੈ ਨਾ ਵੀ ਜੋ ਮੈਂ ਕਹਿਣਾ ਇਹੀ ਮੰਨਿਆ ਜਾਏ, ਇਹੀ ਇੱਕ ਅਲਟੀਮੇਟ ਸਚਾਈ ਬਣ ਜਾਏ ਦੁਨੀਆ ਦੇ ਵਿੱਚ, ਬਸ ਇਹੀ, ਹੋਰ ਦੂਸਰਾ ਨਾ ਬੋਲੇ, ਦੂਸਰਾ ਜਿਹੜਾ ਉਹ ਮੇਰਾ ਗੁਲਾਮ ਬਣ ਕੇ ਰਵੇ, ਉਹ ਬੰਦਾ ਭਾਵੇਂ ਕਿਸੇ ਵੀ ਮਜ਼ਹਬ ਵਿੱਚੋਂ ਹੋਵੇ ਪਰ ਉਹ ਧਰਮੀ ਨਹੀਂ ਹੋ ਸਕਦਾ। ਗੁੰਡਾ ਹੋ ਸਕਦਾ ਹੈ, ਗੁੰਡਾਗਰਦੀ ਕਰਨ ਵਾਲਾ ਹੋ ਸਕਦਾ ਹੈ, ਪਰ ਧਰਮੀ ਨਹੀਂ ਹੋ ਸਕਦਾ। ਹੁਣ ਉਹਨੇ ਫਰੋਲੀ ਸ਼ਰ੍ਹਾ, ਉਹ ਕਹਿੰਦਾ ਇਸਲਾਮ ਆਗਿਆ ਨਹੀਂ ਦਿੰਦੀ ਵੀ ਮਾਸੂਮ ਬੱਚੇ ਨੇ ਇਹਨਾਂ ਤੇ ਜ਼ੁਲਮ ਕੀਤਾ ਜਾਏ। ਵਜ਼ੀਰ ਖਾਨ ਜਿਹੜਾ ਸੋਚੀ ਪੈ ਗਿਆ ਵੀ ਕੀ ਕੀਤਾ ਜਾਏ। ਉਹ ਕੁਝ ਸੋਚਦਾ, ਇਦੋਂ ਪਹਿਲਾਂ ਹੀ ਸੁੱਚਾਨੰਦ ਅੱਗੇ ਹੋਇਆ। ਉਹ ਕਹਿੰਦਾ ਵੀ ਸਾਹਿਬਜ਼ਾਦਿਆਂ ਨੂੰ ਸੰਬੋਧਨ ਹੋਇਆ, ਕਹਿੰਦਾ ਜੇ ਤੁਹਾਨੂੰ ਛੱਡ ਦਈਏ ਕੀ ਕਰੋਗੇ, ਕੀ ਕਰੋਗੇ। ਤੇ ਸਾਹਿਬਜ਼ਾਦੇ ਕਹਿੰਦੇ ਅਸੀਂ ਕਹਿੰਦੇ ਜੰਗਲਾਂ 'ਚ ਜਾਵਾਂਗੇ, ਸਿੰਘਾਂ ਨੂੰ ਇਕੱਠੇ ਕਰਾਂਗੇ। ਸਿੰਘ 4 ਇਕੱਠੇ ਹੋ ਗਏ, ਉਦੋਂ ਅਸੀਂ ਫਿਰ ਜੰਗ ਲੜਨ ਦੇ ਲਈ ਆਵਾਂਗੇ। ਵਜ਼ੀਰ ਖਾਨ ਤੇਰੇ ਨਾਲ ਟੱਕਰ ਲਵਾਂਗੇ, ਜ਼ੁਲਮ ਦੇ ਨਾਲ ਟੱਕਰ ਲਵਾਂਗੇ। ਤੇ ਸੁੱਚਾਨੰਦ ਅੱਗੋਂ ਕਹਿੰਦਾ ਜੇ ਜੰਗ ਵਿੱਚ ਹਾਰ ਗਏ ਫਿਰ, ਉਹ ਕਹਿੰਦੇ ਫਿਰ ਜਾਵਾਂਗੇ, ਫਿਰ ਸਿੰਘਾਂ ਨੂੰ ਇਕੱਠੇ ਕਰਾਂਗੇ, ਫਿਰ ਤੇਰੇ ਨਾਲ ਟੱਕਰ ਲਵਾਂਗੇ। ਜਿੰਨਾ ਚਿਰ ਸਰੀਰ ਵਿੱਚ ਸਵਾਸ ਨੇ ਨਾ, ਤੇਰੇ ਆ ਜ਼ੁਲਮ ਰਾਜ ਦੀਆਂ ਜੜ੍ਹਾਂ ਨੂੰ ਪੁੱਟਣ ਦੇ ਲਈ ਲੜਦੇ ਰਵਾਂਗੇ। ਉਹਨਾਂ ਚਿਰ ਚੈਨ ਦੇ ਨਾਲ ਨਹੀਂ ਬੈਠਾਂਗੇ ਜਿੰਨਾ ਚਿਰ ਆ ਤੇਰਾ ਜ਼ੁਲਮੀ ਰਾਜ ਖਤਮ ਨਹੀਂ ਹੋ ਜਾਂਦਾ। ਤੇ ਸੁੱਚਾਨੰਦ ਹੁਣ ਕਹਿੰਦਾ ਵਜ਼ੀਰ ਖਾਨ ਨੂੰ, ਕਹਿੰਦਾ ਬਾਦਸ਼ਾਹ ਇਹਨਾਂ ਨੂੰ ਅਣਭੋਲ ਬੱਚੇ ਨਾ ਸਮਝੀ, ਅਣਭੋਲ ਬੱਚੇ ਨਾ ਸਮਝੀ। ਜਿਹੜੇ ਉਹਦੇ ਬੋਲ ਸਨ ਇਤਿਹਾਸਕਾਰਾਂ ਨੇ ਜਿਵੇਂ ਲਿਖੇ ਨੇ, ਉਹ ਆਪਣੀ ਕਾਲੀ ਜ਼ੁਬਾਨ ਤੋਂ ਇਹ ਵਚਨ ਬੋਲਦਾ ਹੈ। ਕਹਿੰਦਾ ਸੱਪ ਦੇ ਬੱਚੇ ਕਦੇ ਮਿੱਤ ਨਹੀਂ ਹੁੰਦੇ। ਕਿਉਂ ਇਹਨਾਂ ਦੇ ਉੱਤੇ ਤਰਸ ਕਰਨ ਦੀ ਗਲਤੀ ਕਰਦੇ ਹੋ, ਕਿਉਂ ਰਹਿਮ ਕਰਨ ਦੀ ਗਲਤੀ ਕਰਦੇ ਹੋ, ਕਿਉਂ। ਤੇ ਅੱਗੋਂ
ਵਜ਼ੀਰ ਖਾਂ ਹੈ ਜਿਹੜਾ ਉਹ ਕਹਿੰਦਾ ਤੇਰੀ ਗੱਲ ਤੇ ਵਿੱਚ ਵਜਨ ਹੈ ਪਰ ਤੂੰ ਆਪਣੀ ਗੱਲ ਸਾਬਤ ਕਰ ਸਕਦਾ ਹੈ। ਉਹ ਕਹਿੰਦਾ ਮੈਨੂੰ ਮੌਕਾ ਦਿਓ। ਸਾਹਿਬਜ਼ਾਦਿਆਂ ਨੂੰ ਨਾਲ ਲੈ ਕੇ ਬਾਜ਼ਾਰ ਵਿੱਚ ਗਿਆ, ਖਾਣ ਪੀਣ ਵਾਲੀਆਂ ਦੁਕਾਨਾਂ ਦਿਖਾਈਆਂ, ਖਿਡੌਣਿਆਂ ਦੀਆਂ ਦੁਕਾਨਾਂ ਦਿਖਾਈਆਂ, ਬੜਾ ਕੁਝ ਦਿਖਾਇਆ, ਪਰ ਕਮਾਲ ਦੀ ਗੱਲ ਕਿਸੇ ਚੀਜ਼ ਵੱਲ ਸਾਹਿਬਜ਼ਾਦਿਆਂ ਨੇ ਦੇਖਿਆ ਤੱਕ ਨਹੀਂ। ਇੱਕ ਹਥਿਆਰਾਂ ਦੀ ਦੁਕਾਨ ਅੱਗੇ ਆਈ, ਇੱਕ ਭੱਜ ਕੇ ਗਿਆ, ਉਹਨੇ ਕਿਰਪਾਨ ਚੁੱਕ ਲਈ, ਦੂਸਰੇ ਨੇ ਤੀਰ ਕਮਾਨ ਚੁੱਕ ਲਿਆ। ਤੇ ਸੁੱਚਾ ਆਨੰਦ ਆ ਕੇ ਵਾਪਸ ਸਾਰੀ ਘਟਨਾ ਦੱਸਦਾ, ਕਹਿੰਦਾ ਦੇਖ ਲਿਆ, ਦੇਖ ਲਿਆ। ਜੰਮਦੀਆਂ ਸੂਲਾਂ ਦੇ ਮੂੰਹ ਮਿੱਧ ਦੇਣੇ ਚਾਹੀਦੇ ਨੇ, ਨਹੀਂ ਤੇ ਇਹ ਕੱਲ ਨੂੰ ਆਉਣ ਵਾਲੇ ਸਮੇਂ ਵਿੱਚ ਵਜ਼ੀਰ ਖਾਂ ਤੇਰੇ ਲਈ ਖਤਰਾ ਬਣ ਜਾਣਗੇ, ਖਤਰਾ ਬਣ ਜਾਣਗੇ। ਹੁਣ ਵਜ਼ੀਰ ਖਾਂ ਫਿਰ ਕਾਜੀ ਨੂੰ ਕਹਿੰਦਾ ਕਾਜੀ ਮੈਂ ਤੇਰੇ ਤੋਂ ਇਨਸਾਨ ਦੇ ਬੱਚਿਆਂ ਬਾਰੇ ਨਹੀਂ ਪੁੱਛਦਾ, ਮੈਂ ਇਹ ਪੁੱਛਦਾ ਵੀ ਇਸਲਾਮ ਦੀ ਜਿਹੜੀ ਸ਼ਰਅ ਹੈ, ਇਹ ਸ਼ਰਅ ਸੱਪ ਦੇ ਬੱਚਿਆਂ ਬਾਰੇ ਕੀ ਫੈਸਲਾ ਦਿੰਦੀ ਹੈ, ਵੀ ਉਹਨਾਂ ਨਾਲ ਕੀ ਕਰਨਾ ਚਾਹੀਦਾ ਹੈ। ਕਾਜੀ ਜਿਹੜਾ ਸੀ ਤੇ ਧਰਮੀ ਬੰਦਾ, ਕਾਜੀ ਇੱਕ ਧਰਮੀ ਰੁਤਬਾ ਸੀ, ਚਾਹੀਦਾ ਤੇ ਇਹ ਸੀ ਵੀ ਸੱਚ ਦੇ ਨਾਲ ਖੜਦਾ, ਸੱਚ ਦੀ ਗੱਲ ਕਰਦਾ, ਪਰ ਇਹ ਧਰਮੀ ਬੰਦਾ ਵੀ ਜ਼ਮੀਰ ਵੇਚ ਕੇ ਡਰਦਾ ਹੋਇਆ ਇਨਾਮਾਂ ਦੇ ਲਾਲਚ ਦੇ ਵਿੱਚ ਇਹ ਕਹਿੰਦਾ ਉਹਨਾਂ ਦੇ ਲਈ ਤੇ ਫਿਰ ਸਖਤ ਸਜ਼ਾਵਾਂ ਹੀ ਨੇ, ਸਖਤ ਸਜ਼ਾਵਾਂ। ਅੱਜ ਦੀ ਰਾਤ ਵਜ਼ੀਰ ਖਾਂ ਫਿਰ ਕਹਿੰਦਾ ਇੱਕ ਮੌਕਾ ਹੋਰ ਦੇ ਦਿਓ, ਕੱਲ ਨੂੰ ਗੱਲ ਕਰਾਂਗੇ। ਅਗਲਾ ਦਿਨ ਫਿਰ ਚੜਿਆ, ਕਚਹਿਰੀ ਲੱਗੀ, ਪੁੱਛਦਾ ਕਹਿੰਦਾ ਕੀ ਫੈਸਲਾ ਕਰਕੇ ਆਏ ਹੋ। ਸਾਹਿਬਜ਼ਾਦੇ ਕਹਿੰਦੇ ਵਜ਼ੀਰ ਖਾਂ ਵਾਰ-ਵਾਰ ਕਿਉਂ ਪੁੱਛਦਾ, ਤੈਨੂੰ ਇੱਕ ਵਾਰ ਇਹ ਗੱਲ ਸਮਝਾ ਦਿੱਤਾ, ਇੱਕ ਵਾਰ ਤੇਰੇ ਕੰਨਾਂ ਦੇ ਵਿੱਚ ਇਹ ਗੱਲ ਪਾ ਦਿੱਤੀ, ਧਰਮ ਨਹੀਂ ਛੱਡਣਾ, ਸਿਰ ਜਾਵੇ ਤਾਂ ਜਾਵੇ ਪਰ ਸਿੱਖੀ ਸਿਦਕ ਨਹੀਂ ਇਹ ਸਾਡੇ ਅੰਦਰੋਂ ਜਾਏਗਾ। ਵਜ਼ੀਰ ਖਾਂ ਭੁਲੇਖੇ ਵਿੱਚ ਨਾ ਰਹੀ, ਕਿਉਂ ਵਾਰ-ਵਾਰ ਆਪਣਾ ਸਮਾਂ ਗਵਾ ਰਿਹਾ ਹੈ, ਸਾਡਾ ਸਮਾਂ ਗਵਾ ਰਹੇ, ਜੋ ਤੇਰਾ ਫੈਸਲਾ ਜਲਦੀ ਕਰ, ਜਲਦੀ ਸੁਣਾ। ਵਜ਼ੀਰ ਖਾਂ ਕਾਜੀ ਨੂੰ ਕਹਿੰਦਾ ਹੁਣ ਸਲਾਹ ਜਿਹੜੀ ਕਰਕੇ ਪਹਿਲਾਂ ਹੀ ਬੈਠੇ ਨੇ, ਕਾਜੀ ਕਹਿੰਦਾ ਵੀ ਇਹਨਾਂ ਨੂੰ ਸਜ਼ਾਏ ਮੌਤ ਸੁਣਾਈ ਜਾਏ, ਤੇ ਮੌਤ ਹੈ ਜਿਹੜੀ ਇਹਨਾਂ ਦੀ ਏਦਾਂ ਨਹੀਂ ਕਰਨੀ, ਇਹਨਾਂ ਨੂੰ ਜਿਉਂਦੇ ਜੀ ਦੀਵਾਰਾਂ ਦੇ ਵਿੱਚ ਨੀਹਾਂ ਦੇ ਵਿੱਚ ਚਿਣਿਆ ਜਾਏਗਾ, ਜਿਉਂਦੇ ਜੀ। ਤੇ ਜਦੋਂ ਮੌਤ ਦੀ ਸਜ਼ਾ ਦੀ ਗੱਲ ਹੁੰਦੀ ਹੈ, ਸਭਾ ਦੇ ਵਿੱਚ ਬੈਠਿਆ ਮਲੇਰਕੋਟਲੇ ਦਾ ਨਵਾਬ ਵਜ਼ੀਰ ਖਾਂ, ਉਹਨੂੰ ਸੰਬੋਧਨ ਹੁੰਦਾ ਹੈ, ਕਹਿੰਦਾ ਤੇਰਾ ਭਾਈ ਚਮਕੌਰ ਦੀ ਜੰਗ ਦੇ ਵਿੱਚ ਇਹਨਾਂ ਦੇ ਬਾਪ ਦੇ ਹੱਥੋਂ ਮਾਰਿਆ ਗਿਆ ਸੀ ਸ਼ੇਰ ਖਾਂ, ਤੇਰੇ ਕੋਲੇ ਮੌਕਾ ਹੈ, ਆਪਣੇ ਭਾਈ ਦਾ ਬਦਲਾ ਲੈ ਲੈ। ਸੱਚ ਜਾਣਿਓ ਭਾਵੇਂ ਉਹ ਕਿਵੇਂ ਦਾ ਵੀ ਹੋਵੇ, ਪਰ ਇਸ ਅਸਥਾਨ ਦੇ ਉੱਤੇ ਉਹਨੇ ਮਰਦਾਂ ਵਾਲੀ ਗੱਲ ਕੀਤੀ। ਕਹਿੰਦਾ ਵਜ਼ੀਰ ਖਾਂ ਮਾਸੂਮ ਬੱਚਿਆਂ ਤੋਂ ਕਾਹਦੇ ਬਦਲੇ ਕਰ ਰਿਹਾ ਹੈ, ਜਿਹੜਾ ਤੂੰ ਇਹ ਧੱਕੇਸ਼ਾਹੀ ਹੈ, ਮਾਸੂਮ ਬੱਚਿਆਂ ਤੋਂ ਕਾਹਦੇ ਬਦਲੇ। ਜੇ ਉਸ ਅੱਲਾਹ ਤਾਲਾ ਨੇ ਰਹਿਮ ਕੀਤੀ ਨਾ, ਭਰਾ ਦਾ ਬਦਲਾ ਵੀ ਲਵਾਂਗੇ, ਪਰ ਭਰਾ ਦਾ ਬਦਲਾ ਅਸੀਂ ਮਾਸੂਮ ਬੱਚਿਆਂ ਤੋਂ ਨਹੀਂ ਲਵਾਂਗੇ, ਜੰਗ ਦੇ ਮੈਦਾਨ ਵਿੱਚ ਲੜ ਕੇ ਇਹਨਾਂ ਦੇ ਬਾਪ ਤੋਂ ਲਵਾਂਗੇ। ਸ਼ਰਅ ਦੇ ਉਲਟ ਜਾ ਰਹੇ ਆ ਵਜ਼ੀਰ ਖਾਂ, ਜ਼ੁਲਮ ਕਰ ਰਹੇ ਆ। ਇਹ ਜ਼ੁਲਮ ਆਉਣ ਵਾਲੇ ਸਮੇਂ ਦੇ ਵਿੱਚ ਤੇਰੀਆਂ ਜੜ੍ਹਾਂ ਹਿਲਾ ਕੇ ਰੱਖ ਦੇਗਾ। ਵਜ਼ੀਰ ਖਾਂ ਇਹ ਜ਼ੁਲਮ ਕਰਨ ਤੋਂ ਸੋਚੀ। ਪਰ ਹੁਣ ਜਿਹਦੇ ਅੰਦਰ ਹੰਕਾਰ ਚੜਿਆ ਹੋਵੇ ਨਾ, ਹੰਕਾਰ ਦੇ ਬੁਰਜ ਦੇ ਉੱਤੇ ਬੈਠ ਕੇ ਜਿਹੜਾ ਬੰਦਾ ਸੋਚਦਾ ਹੋਵੇ, ਤੇ ਸੱਚ ਜਾਣਿਓ ਅੱਖ ਦੇ ਵਿੱਚ ਕਿਤੇ ਨਿੱਕਾ ਜਿਹਾ ਕਿਣਕਾ ਵੀ ਪੈ ਜਾਏ ਨਾ, ਤੇ ਸਾਹਮਣੇ ਚੜਿਆ ਸੂਰਜ ਦਿਖਾਈ ਨਹੀਂ ਦਿੰਦਾ। ਤੇ ਜਿਹੜਾ ਬੰਦਾ ਜਿਉਂ ਹੀ ਅਗਿਆਨਤਾ ਦੇ ਹਨੇਰੇ ਚ ਰਿਹਾ, ਉਹਨੇ ਸੱਚਾਈ ਨੂੰ ਕਿੱਥੇ ਪਹਿਚਾਨਣਾ, ਕਿੱਥੇ ਮੰਨਣਾ। ਉਹ ਹੈ ਜਿਹੜਾ ਉੱਠ ਕੇ ਦੋਨੋਂ ਭਾਈ ਸ਼ੇਰ ਖਾਂ ਤੇ ਇਹਦਾ ਭਰਾ ਜਿਹੜਾ ਉਹ ਬੈਠੇ ਹੋਏ ਸਨ ਕਚਹਿਰੀ ਦੇ ਵਿੱਚ, ਉੱਠ ਕੇ ਚਲੇ ਗਏ। ਹੋਰ ਖਿਜ ਗਿਆ
ਖਿਜ ਕੇ ਕਾਜੀ ਨੂੰ ਕਹਿੰਦਾ ਸਜ਼ਾ ਸੁਣਾਓ। ਕਹਿੰਦੇ ਇਹਨਾਂ ਨੂੰ ਜਿਉਂਦੇ ਜੀ ਦੀਵਾਰਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਜਾਏਗਾ। ਹੁਣ ਸਾਹਿਬਜ਼ਾਦਿਆਂ ਦੇ ਚਿਹਰਿਆਂ ਵੱਲ ਦੇਖਦੇ ਨੇ ਤੇ ਦੋਨੋਂ ਸਾਹਿਬਜ਼ਾਦੇ ਜਕਾਰਿਆਂ ਦੀ ਗੂੰਜ ਦੇ ਵਿੱਚ ਉਹਦੇ ਇਸ ਫੈਸਲੇ ਦਾ ਸਵਾਗਤ ਕਰਦੇ ਨੇ। ਹੁਣ ਵਜ਼ੀਰ ਖਾਂ ਕਹਿੰਦਾ ਕਿਹੜਾ ਇਸ ਕਚਹਿਰੀ ਵਿੱਚ ਬੈਠਾ ਹੋਇਆ ਹੈ, ਕੋਈ ਲੈ ਕੇ ਆਓ ਜਿਹੜਾ ਇਹ ਹੁਕਮ ਨੂੰ ਪ੍ਰਵਾਨ ਚੜਾਏ, ਹੁਕਮ ਨੂੰ ਪ੍ਰਵਾਨ ਚੜਾਏ। ਜਿੰਨੇ ਬੈਠੇ ਨੇ ਕਚਹਿਰੀ ਦੇ ਵਿੱਚ ਸਾਰਿਆਂ ਨੇ ਨੀਵੀਆਂ ਪਾ ਲਈਆਂ। ਕੋਈ ਵੀ ਹੈ ਜਿਹੜਾ ਇਹ ਜ਼ੁਲਮ ਦੇ ਵਿੱਚ ਹਿੱਸੇਦਾਰ ਬਣਨ ਦੇ ਲਈ ਤਿਆਰ ਨਹੀਂ, ਨੀਵੀਆਂ ਪਾ ਲਈਆਂ। ਇੰਨੇ ਸਮੇਂ ਦੇ ਵਿੱਚ ਇੱਕ ਵਿੱਚੋਂ ਕਹਿੰਦਾ ਆਪਾਂ ਕੁਝ ਦਿਨ ਪਹਿਲਾਂ ਸੰਢੌਰੇ ਦੇ ਰਹਿਣ ਵਾਲੇ ਨੇ ਜਿਹੜੇ ਦੋ ਭਾਈ, ਸਮਾਣੇ ਦੇ ਰਹਿਣ ਵਾਲੇ ਜਿਹੜੇ ਦੋ ਭਾਈ ਸ਼ਾਸ਼ਲ ਬੇਗ ਤੇ ਬਾਸ਼ਲ ਬੇਗ ਨੂੰ ਪਕੜ ਕੇ ਲੈ ਕੇ ਆਏ ਸੀ। ਉਹਨਾਂ ਦਾ ਮੁਕੱਦਮਾ ਜਿਹੜਾ ਆਪਣੇ ਕੋਲ ਆਇਆ ਸੀ, ਉਹਨਾਂ ਦੇ ਨਾਲ ਆਪਾਂ ਗੱਲਬਾਤ ਕਰਕੇ ਦੇਖਦੇ ਹਾਂ। ਜੇ ਉਹ ਇਹ ਕੰਮ ਨੂੰ ਕਰਨ ਦੇ ਲਈ ਮੰਨ ਜਾਣ, ਬਦਲੇ ਵਿੱਚ ਉਹਨਾਂ ਨੂੰ ਇਨਾਮ ਵੀ ਦੇਵਾਂਗੇ। ਆਪਾਂ ਉਹਨਾਂ ਦਾ ਜਿਹੜਾ ਕੇਸ ਹੈ, ਮੁਕੱਦਮਾ ਜਿਹੜਾ, ਉਹਨੂੰ ਵੀ ਖਾਰਜ ਕਰ ਦਿਆਂਗੇ। ਕਹਿੰਦੇ ਉਹਨਾਂ ਨੇ ਮੰਨ ਜਾਣਾ। ਉਹਨਾਂ ਦੇ ਕੋਲ ਗਏ, ਉਹਨਾਂ ਨੂੰ ਜਦੋਂ ਇਹ ਗੱਲ ਆਖੀ ਤੇ ਉਹ ਤਿਆਰ ਹੋ ਗਏ। ਸ਼ਾਸ਼ਲ ਬੇਗ ਤਿਆਰ ਹੋ ਗਿਆ, ਬਾਸ਼ਲ ਬੇਗ ਤਿਆਰ ਹੋ ਗਿਆ। ਸਜ਼ਾ ਸੁਣਾਉਣ ਤੋਂ ਬਾਅਦ ਸਾਹਿਬਜ਼ਾਦਿਆਂ ਨੂੰ ਫਿਰ ਮਾਤਾ ਗੁਜਰੀ ਜੀ ਦੇ ਕੋਲ ਭੇਜ ਦਿੱਤਾ। ਹੁਣ ਅੱਜ ਦੀ ਰਾਤ ਮਾਤਾ ਗੁਜਰੀ ਜੀ ਔਰ ਸਾਹਿਬਜ਼ਾਦਿਆਂ ਦੀ ਅੰਤਮ ਮਿਲਾਪ ਦੀ ਰਾਤ ਸੀ। ਸਾਰੀ ਰਾਤ ਮਾਂ ਪੋਤਿਆਂ ਦੇ ਨਾਲ ਜਜ਼ਬਾ ਭਰਪੂਰ ਜਿਹੜੀਆਂ ਗੱਲਾਂ ਨੇ ਉਹ ਕਰਦੀ ਰਹੀ ਵੀ ਕਿਤੇ ਜਿਹੜੇ ਇਹ ਪੋਤੇ ਨੇ ਡੋਲ ਨਾ ਜਾਣ। ਸਮਝਾਉਂਦੀ ਰਹੀ ਵੀ ਤੁਹਾਡੇ ਵੱਡੇ ਭਾਈ ਵੇਖੋ ਕਿਵੇਂ ਜੰਗ ਦੇ ਮੈਦਾਨ ਵਿੱਚ ਜੂਝ ਕੇ ਸ਼ਹੀਦ ਹੋਏ ਨੇ, ਕਿਵੇਂ ਤੁਹਾਡੇ ਦਾਦੇ ਨੇ ਜ਼ੁਲਮ ਦੇ ਨਾਲ ਟੱਕਰ ਲੈਂਦਿਆਂ ਕੁਰਬਾਨੀ ਦਿੱਤੀ ਹੈ, ਬਲੀਦਾਨ ਦਿੱਤਾ ਹੈ। ਕਿਵੇਂ ਤੁਹਾਡੇ ਪੜਦਾਦੇ ਨੇ ਜ਼ੁਲਮ ਦੇ ਵਿਰੁੱਧ 4 ਜੰਗਾਂ ਲੜੀਆਂ ਨੇ ਤੇ ਜਿਹੜੇ ਆਪਣੇ ਆਪ ਨੂੰ ਜੇਤੂ ਸਮਝਦੇ ਸਨ, ਜੜ੍ਹਾਂ ਹਿਲਾ ਕੇ ਰੱਖ ਦਿੱਤੀਆਂ ਸੀ ਉਹਨਾਂ ਦੀਆਂ। ਪੁੱਤ ਵੀ ਇਤਿਹਾਸ ਦੇ ਵਿੱਚ ਅਮਰ ਹੋ ਜਾਓਗੇ ਜੇ ਉਹਨਾਂ ਵਰਗੀ ਕੁਰਬਾਨੀ, ਉਹਨਾਂ ਵਰਗਾ ਸਿਦਕ ਨਿਭਾ ਗਏ ਤੇ। ਡੋਲਿਓ ਨਾ। ਸਵੇਰ ਹੋਈ, ਨਿਤਨੇਮ ਹੋਇਆ, ਦਾਦੀ ਮਾਂ ਨੇ ਅਰਦਾਸ ਕੀਤੀ, ਅਰਦਾਸ ਕਰਕੇ ਰੋਜ਼ਾਨਾ ਤੋਰਦੀ ਹੈ। ਅੱਜ ਦਾਦੀ ਮਾਂ ਨੇ ਅਰਦਾਸ ਹੈ ਜਿਹੜੀ ਸੰਪੂਰਨ ਨਹੀਂ ਕੀਤੀ, ਛੇਤੀ ਸਮਾਪਤੀ ਕਰ ਦਿੱਤੀ। ਜਿਹੜੇ ਸਿਪਾਹੀ ਨੇ ਉਹ ਲੈਣ ਦੇ ਲਈ ਆ ਗਏ ਤੇ ਮਾਂ ਨੇ ਕੋਲ ਜੋ ਕੱਪੜੇ ਸਨ ਉਹ ਕੱਪੜੇ ਪਹਿਨਾਏ, ਤਿਆਰ ਕੀਤਾ ਦੋਨਾਂ ਨੂੰ। ਸਿਰ ਦੇ ਉੱਤੇ ਸੋਹਣੀਆਂ ਦਸਤਾਰਾਂ ਸਜਾਈਆਂ, ਪੈਰਾਂ ਦੇ ਵਿੱਚ ਸੁੰਦਰ ਨਿੱਕੀਆਂ ਨਿੱਕੀਆਂ ਜੁੱਤੀਆਂ ਨੇ ਜਿਹੜੀਆਂ ਉਹ ਪਾਈਆਂ ਨੇ। ਤੁਰਨ ਲੱਗੇ ਨੇ ਜਦੋਂ ਤੇ ਬਾਬਾ ਫਤਿਹ ਸਿੰਘ ਵਾਪਸ ਆਇਆ। ਆ ਕੇ ਕਹਿੰਦਾ ਦਾਦੀ ਅੱਜ ਇੱਕ ਚੀਜ਼ ਤੇਰੇ ਦਿਮਾਗ ਵਿੱਚੋਂ ਨਿਕਲ ਗਈ, ਇੱਕ ਗੱਲ ਭੁੱਲ ਗਈ। ਤੇ ਦਾਦੀ ਪੁੱਛਦੀ ਹੈ, ਕਹਿੰਦੀ ਪੁੱਤ ਵੇ ਕੀ ਹੋਇਆ, ਕਿਹੜੀ ਇਦਾਂ ਦੀ ਗੱਲ ਹੈ ਜਿਹੜੀ ਮੇਰੇ ਦਿਮਾਗ ਵਿੱਚੋਂ ਨਿਕਲ ਗਈ। ਤੇ ਬਾਬਾ ਫਤਿਹ ਸਿੰਘ ਕਹਿੰਦਾ ਅੱਗੇ ਜਦੋਂ ਅਸੀਂ ਕਚਹਿਰੀ ਵਾਲੇ ਜਾਂਦੇ ਸਾਂ, ਮਾਂ ਤੂੰ ਰੋਜ਼ਾਨਾ ਅਰਦਾਸ ਕਰਕੇ ਸਾਨੂੰ ਤੋਰਿਆ ਕਰਦੀ ਸੀ, ਅੱਜ ਤੂੰ ਸਾਡੇ ਲਈ ਅਰਦਾਸ ਨਹੀਂ ਕੀਤੀ, ਅਰਦਾਸ ਨਹੀਂ ਕੀਤੀ। ਤੇ ਮਾਂ ਕਹਿੰਦੀ ਪੁੱਤ ਵੇ ਅਰਦਾਸ ਮੈਂ ਅੱਜ ਵੀ ਕਰਨੀ ਹੈ, ਪਰ ਅੱਜ ਅਰਦਾਸ ਮੈਂ ਤੁਹਾਡੇ ਜਾਣ ਤੋਂ ਬਾਅਦ ਕਰਨੀ ਹੈ, ਤੁਹਾਡੇ ਜਾਣ ਤੋਂ ਬਾਅਦ ਕਰਨੀ ਹੈ। ਉਹ ਸਾਹਿਬਜ਼ਾਦਿਆਂ ਨੂੰ ਲੈ ਕੇ ਤੁਰ ਪਏ। ਦੂਸਰੇ ਪਾਸੇ ਮਾਤਾ ਗੁਜਰੀ ਜੀ ਅੱਜ ਸਾਹਿਬਜ਼ਾਦਿਆਂ ਨੂੰ ਜਾਂਦੇ ਦੇਖ ਰਹੇ ਨੇ ਤੇ ਅਰਦਾਸ ਕੀਤੀ ਉਸ ਅਕਾਲ ਪੁਰਖ ਮਾਲਕ ਪ੍ਰਮਾਤਮਾ ਦੇ ਚਰਨਾਂ ਦੇ ਵਿੱਚ ਵੀ ਜਾ ਰਹੇ ਨੇ, ਕਿਤੇ ਡੋਲ ਨਾ ਜਾਣ। ਇਤਿਹਾਸ ਦੇ ਵਿੱਚ ਜਿਹੜੀ ਸ਼ਹਾਦਤਾਂ ਦੀ ਪਰੰਪਰਾ ਇਹ ਜਿਹੜੀ ਕੁੱਲ ਤੁਰੀ ਆਉਂਦੀ ਹੈ, ਕਿਤੇ ਇਹ ਸਿਦਕ ਹੈ ਜਿਹੜਾ ਟੁੱਟ ਨਾ ਜਾਏ।
ਅਕਾਲ ਪੁਰਖ ਮਾਲਕ ਪਰਮਾਤਮਾ ਜੀਓ ਹਿੰਮਤ ਦੇਣਾ, ਬਲ ਦੇਣਾ ਵੀ ਜ਼ੁਲਮੀ ਰਾਜ ਦਾ ਜ਼ੁਲਮ ਸਹਿੰਦੇ ਆ ਇਹ ਸ਼ਹਾਦਤ ਤੇ ਪ੍ਰਾਪਤ ਕਰ ਜਾਣ, ਪਰ ਇਹ ਜਿਹੜੇ ਨੇ ਡੋਲ ਕੇ ਏਦਾਂ ਕਿਤੇ ਵਾਪਸ ਨਾ ਆ ਜਾਣ, ਡੋਲ ਨਾ ਜਾਣ। ਲੈ ਕੇ ਆਏ ਉਸ ਜਗ੍ਹਾ ਦੇ ਉੱਪਰ ਜਿੱਥੇ ਸ਼ਹੀਦ ਕੀਤਾ ਜਾਣਾ, ਸ਼ਹੀਦ ਕੀਤਾ ਜਾਣਾ ਉਸ ਜਗ੍ਹਾ ਤੇ ਲੈ ਕੇ ਆਏ। ਉਸ ਜਗ੍ਹਾ ਤੇ ਲਿਆਉਣ ਤੋਂ ਬਾਅਦ ਹੁਣ ਫਿਰ ਵਜ਼ੀਰ ਖਾਂ ਪੁੱਛਦਾ, ਕਹਿੰਦਾ ਦੱਸੋ ਕੀ ਫੈਸਲਾ ਕੀਤਾ, ਕੀ ਸੋਚਦੇ ਹੋ? ਸਾਹਿਬਜ਼ਾਦੇ ਕਹਿੰਦੇ ਵਜ਼ੀਰ ਖਾਂ ਜਦੋਂ ਕੱਲ ਤੂੰ ਫੈਸਲੇ ਮੁਕੱਦਮਾ ਜਿਹੜਾ ਸੀ ਖਤਮ ਕਰਤਾ, ਸਜ਼ਾ ਸੁਣਾ ਦਿੱਤੀ, ਹੁਣ ਫੈਸਲੇ ਕਿਉਂ ਪੁੱਛਦੇ? ਜਲਦੀ ਕਰ, ਸਾਡੇ ਦਾਦਾ ਜੀ ਸਾਨੂੰ ਉਡੀਕ ਰਹੇ ਨੇ, ਸਾਡੇ ਵੱਡੇ ਭਾਈ ਸਾਨੂੰ ਉਡੀਕ ਰਹੇ ਨੇ, ਦੇਰੀ ਨਾ ਕਰ, ਜਲਦੀ ਕਰ, ਦੇਰ ਕਿਹੜੀ ਗੱਲੋਂ ਲਾ ਰਹੇ ਐ? ਸਾਹਿਬਜ਼ਾਦਿਆਂ ਨੂੰ ਖੜੇ ਕੀਤਾ ਗਿਆ, ਕੰਧ ਉਸਾਰਨੀ ਜਿਹੜੀ ਸ਼ੁਰੂ ਕੀਤੀ ਗਈ, ਕੰਧ ਹੈ ਜਿਹੜੀ ਉਹ ਉਸਾਰੀ ਜਾ ਰਹੀ ਹੈ। ਹੁਣ ਸਾਹਿਬਜ਼ਾਦੇ ਅਡੋਲ ਖੜੇ ਨੇ, ਇੱਟਾਂ ਲਾਉਣ ਵਾਲਾ ਜਿਹੜਾ ਜਲਾਦ ਹੈ ਉਹਦੇ ਹੱਥ ਕੰਬ ਰਹੇ ਨੇ, ਉਹ ਹੈ ਜਿਹੜਾ ਕੰਬਦੇ ਹੱਥਾਂ ਦੇ ਨਾਲ ਦੀਵਾਰ ਜਿਹੜੀ ਉਤਾਂ ਨੂੰ ਲੈ ਕੇ ਜਾ ਰਿਹਾ, ਦੀਵਾਰ ਤੁਰਦਿਆਂ ਗੋਡਿਆਂ ਤੱਕ ਆਈ। ਵਜ਼ੀਰ ਖਾਂ ਹੁਣ ਹੰਕਾਰਿਆ ਹੋਇਆ ਹਕੂਮਤ ਦੇ ਨਸ਼ੇ ਦੇ ਵਿੱਚ ਖੜਾ ਦੇਖ ਰਿਹਾ ਹੈ। ਜਿਹੜੇ ਜਲਾਦ ਨੇ ਉਹ ਕੀ ਉਹਨਾਂ ਨੇ ਯਤਨ ਕੀਤਾ ਵੀ ਛੋਟੀ ਕੋਈ ਇੱਟ ਕੋਈ ਟੁਕੜਾ ਲੱਭ ਜਾਏ, ਇੱਥੇ ਜਿੱਥੇ ਗੋਡੇ ਆਉਂਦੇ ਨੇ ਇੱਥੋਂ ਕੰਧ ਜਿਹੜੀ ਸਿੱਧੀ ਹੋ ਸਕੇ। ਉਹ ਇੱਟ ਹੈ ਜਿਹੜੀ ਉਹ ਉਹਨੂੰ ਤੋੜਨ ਦੀ ਗੱਲ ਕਰਦਾ ਹੈ, ਤੋੜਨ ਲੱਗਦਾ ਤੇ ਵਜ਼ੀਰ ਖਾਂ ਕਹਿੰਦਾ ਇੱਟ ਨਾ ਤੋੜੀ, ਇਹਨਾਂ ਦੇ ਆ ਗੋਡਿਆਂ ਦੀਆਂ ਚੱਪਣੀਆਂ ਜਿਹੜੀਆਂ ਅੱਗੇ ਨੂੰ ਨਿਕਲੀਆਂ ਹੋਈਆਂ ਨੇ ਨਾ, ਇਹ ਚੱਪਣੀਆਂ ਲਾ ਦੇ, ਇੱਟ ਨਾ ਤੋੜੀ, ਆ ਜਿਹੜੀਆਂ ਚੱਪਣੀਆਂ ਨੇ ਇਹ ਲਾ ਦੇ। ਸੋਚਿਆ ਵੀ ਹੁਣੀ ਸ਼ਾਇਦ ਡੋਲ ਜਾਣ, ਵਾਰ-ਵਾਰ ਪੁੱਛਿਆ ਜਾ ਰਿਹਾ ਹੈ ਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਲਾਲ ਚੱਪਣੀਆਂ ਲਾ ਦਿੱਤੀਆਂ ਗਈਆਂ, ਲਹੂ ਲੋਹਾਨ ਜਿਹੜੀਆਂ ਇੱਟਾਂ ਨੇ ਉਹ ਲਹੂ ਦੇ ਰੰਗ ਵਿੱਚ ਰੰਗੀਆਂ ਗਈਆਂ, ਦੀਵਾਰ ਹੈ ਜਿਹੜੀ ਉਹ ਲਹੂ ਦੇ ਰੰਗ ਵਿੱਚ ਰੰਗੀ ਗਈ, ਪਰ ਸਾਹਿਬਜ਼ਾਦਿਆਂ ਨੇ ਸੀ ਤੱਕ ਨਹੀਂ ਆਖੀ। ਤਾਂ ਨੂੰ ਦੀਵਾਰ ਤੁਰਦੀ ਹੈ, ਤੁਰਦੀ ਜਿਹੜੀ ਦੀਵਾਰ ਹੈ ਉਹ ਛਾਤੀ ਤੱਕ ਆਈ, ਸਾਹ ਜਿਹੜਾ ਸੀ ਉਹ ਰੁਕਣ ਲੱਗ ਪਿਆ। ਬਾਬਾ ਫਤਿਹ ਸਿੰਘ ਜਿਹੜੇ ਕੱਦ ਦੇ ਵਿੱਚ ਛੋਟੇ ਨੇ, ਸਾਹ ਘੁੱਟਣ ਲੱਗ ਪਿਆ। ਦੂਸਰੇ ਪਾਸੇ ਬਾਬਾ ਜੋਰਾਵਰ ਸਿੰਘ ਨੇ ਜਿਹੜੇ ਉਹ ਖੜੇ ਹੋਏ ਨੇ। ਜਦੋਂ ਉਹਨਾਂ ਨੇ ਬਾਬਾ ਫਤਿਹ ਸਿੰਘ ਨੂੰ ਦੇਖਿਆ ਤੇ ਉਹ ਪਿਆਰ ਦਾ ਜਲ ਹੈ ਜਿਹੜਾ ਅੱਖਾਂ ਦੇ ਵਿੱਚ ਆਇਆ ਤੇ ਬਾਬਾ ਫਤਿਹ ਸਿੰਘ ਪੁੱਛਦੇ ਨੇ, ਕਹਿੰਦੇ ਵੀਰ ਕੀ ਹੋਇਆ, ਕਿਤੇ ਡੋਲ ਤੇ ਨਹੀਂ ਗਿਆ? ਕਿਤੇ ਡੋਲ ਤਾਂ ਨਹੀਂ ਗਿਆ, ਤੇਰੀਆਂ ਅੱਖਾਂ ਵਿੱਚ ਜਲ ਕਿਉਂ ਆਇਆ? ਤੇ ਬਾਬਾ ਜੋਰਾਵਰ ਸਿੰਘ ਕਹਿੰਦਾ ਫਤਿਹ ਸਿੰਘਾ, ਇਸ ਸੰਸਾਰ ਦੇ ਵਿੱਚ ਜਦੋਂ ਆਇਆ ਸੀ ਤੂੰ ਆਇਆ ਮੇਰੇ ਤੋਂ ਬਾਅਦ ਵਿੱਚ ਸੀ, ਪਰ ਕੁਰਬਾਨੀ ਤੂੰ ਮੇਰੇ ਤੋਂ ਪਹਿਲਾਂ ਕਰ ਚੱਲਿਆ, ਮੇਰਾ ਸਾਥ ਨਾ ਛੱਡ ਕੇ ਜਾਈਂ। ਇਕੱਠਿਆਂ ਦੀ ਬਾਹ ਦਾਦੀ ਦੇ ਹੱਥ ਵਿੱਚ ਫੜਾਈ ਸੀ ਬਾਪੂ ਨੇ, ਇਕੱਠੇ ਰਹਿਣਾ ਸੀ ਆਪਾਂ, ਬਸ ਮੈਂ ਇਹ ਸੋਚ ਰਿਹਾ ਵੀ ਤੂੰ ਪਹਿਲਾਂ ਕਿਉਂ ਚੱਲਿਆ, ਮੈਂ ਪਿੱਛੇ ਕਿਉਂ ਰਹਿ ਗਿਆ। ਦੀਵਾਰ ਹੋਰ ਉੱਚੀ ਹੋਈ, ਸਾਹਿਬਜ਼ਾਦਾ ਫਤਿਹ ਸਿੰਘ ਦੀਵਾਰ ਦੇ ਵਿੱਚ ਲੁਕ ਗਏ, ਬਾਬਾ ਜੋਰਾਵਰ ਸਿੰਘ ਥੋੜੇ ਜਿਹੇ ਦੀਵਾਰ ਤੋਂ ਬਾਹਰ ਨੇ। ਜਿਵੇਂ ਇਤਿਹਾਸਕਾਰਾਂ ਨੇ ਇੱਥੇ ਬਚਨ ਲਿਖੇ ਨੇ, ਜ਼ਿਆਦਾਤਰ ਲਿਖਦੇ ਨੇ ਵੀ ਹੁਣ ਸਾਹ ਘੁੱਟਣ ਕਰਕੇ ਸਾਹਿਬਜ਼ਾਦੇ ਨਾ ਜਦੋਂ ਇੱਕ ਪਾਸੇ ਨੂੰ ਡਿੱਗੇ, ਦੀਵਾਰ ਹੈ ਜਿਹੜੀ ਉਹ ਵੀ ਨਾਲ ਡਿੱਗ ਪਈ ਤੇ ਇਹ ਸ਼ਾਸਲ ਬੇਗ ਤੇ ਜਿਹੜੇ ਬਾਸ਼ਲ ਬੇਗ ਸੀ ਇਹਨਾਂ ਨੇ ਛੁਰਿਆਂ ਦੇ ਨਾਲ ਜਿਹੜੇ ਸਾਹਿਬਜ਼ਾਦੇ ਸੀ ਉਹਨਾਂ ਦੀਆਂ ਸਾਹ ਰਗਾਂ ਕੱਟ ਦਿੱਤੀਆਂ। ਮਾਤਾ ਗੁਜਰੀ ਜੀ ਠੰਡੇ ਬੁਰਜ ਦੇ ਵਿੱਚ ਖੜੇ ਇਹ ਸਾਰਾ ਕੁਝ ਦੇਖ ਰਹੇ ਨੇ। ਜਦੋਂ ਦੇਖਿਆ
ਉਸ ਅਕਾਲ ਪੁਰਖ ਮਾਲਕ ਪਰਮਾਤਮਾ ਦਾ ਸ਼ੁਕਰਾਨਾ ਕੀਤਾ, ਸ਼ੁਕਰਾਨੇ ਵਿੱਚ ਸੀਸ ਨਵਾਇਆ। ਇੱਥੇ ਆ ਕੇ ਨਾ ਸਾਡੇ ਕਈ ਇਤਿਹਾਸਕਾਰ ਏਦਾਂ ਦੀ ਗੱਲ ਲਿਖ ਜਾਂਦੇ ਨੇ ਵੀ ਮਾਤਾ ਜੀ ਨੇ ਸਦਮੇ ਦੇ ਵਿੱਚ ਆ ਕੇ ਸਰੀਰ ਛੱਡ ਦਿੱਤਾ। ਨਹੀਂ ਪਿਆਰਿਓ, ਮਾਂ ਗੁਜਰੀ ਉਹ ਮਾਂ ਹੈ ਜਿਹਨੇ ਕਦੇ ਆਪਣੇ ਪਤੀ ਦਾ ਸੀਸ ਵੇਖ ਕੇ ਸੀ ਤੱਕ ਨਹੀਂ ਸੀ ਆਖੀ, ਜਿਹਨੇ ਆਪਣੇ ਪੁੱਤ ਨੂੰ ਜੰਗ ਦੇ ਮੈਦਾਨ ਵਿੱਚ ਲੜਦਿਆਂ ਦੇਖ ਕੇ ਕਦੇ ਅੰਦਰ ਨੂੰ ਸਦਮਾ ਨਹੀਂ ਸੀ ਲੱਗਣ ਦਿੱਤਾ। ਮਾਤਾ ਗੁਜਰ ਕੌਰ ਉਹ ਮਾਂ ਹੈ ਜਿਹਦੇ ਵੱਡੇ ਪੋਤੇ ਨੇ ਜਿਹੜੇ ਉਹ ਪਤਾ ਨਹੀਂ ਕਿਹੜੇ ਹਾਲਾਤਾਂ ਦੇ ਵਿੱਚ ਚਮਕੌਰ ਦੀ ਗੜੀ 'ਚ ਲੜਦਿਆਂ ਸ਼ਹੀਦ ਹੋਏ ਹੋਣਗੇ। ਮਾਂ ਨੇ ਉਦਣ ਸੀ ਨਹੀਂ ਸੀ ਆਖੀ, ਰੋਜ਼ਾਨਾ ਆਪ ਥਾਪੜੇ ਦੇ ਕੇ ਤੋਰਦੀ ਰਹੀ ਹੈ ਵੀ ਇਹ ਸ਼ਹਾਦਤ ਨੂੰ ਪ੍ਰਵਾਨ ਕਰ ਲੈਣ, ਪਰ ਕਿਤੇ ਜ਼ਾਲਮ ਸਰਕਾਰਾਂ ਦੀ ਈਨ ਨਾ ਮੰਨ ਲੈਣ। ਉਹ ਮਾਂ ਇੰਨੀ ਕਮਜ਼ੋਰ ਹਿਰਦੇ ਦੀ ਨਹੀਂ ਹੋ ਸਕਦੀ। ਜੋ ਵਜ਼ੀਰ ਖਾਂ ਦੇ ਸਿਪਾਹੀ ਸਨ, ਉਹਨਾਂ ਦੇ ਵੱਲੋਂ ਜਿਵੇਂ ਜ਼ਿਆਦਾਤਰ ਇਤਿਹਾਸਕਾਰ ਲਿਖਦੇ ਨੇ ਵੀ ਮਾਤਾ ਗੁਜਰ ਕੌਰ ਜੀ ਨੂੰ ਬੁਰਜ ਦੇ ਉੱਤੋਂ ਧੱਕਾ ਦੇ ਦਿੱਤਾ ਗਿਆ ਸੀ। ਤਿੰਨੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪਰਿਵਾਰ ਦੇ ਜਿਹੜੇ ਇਹ ਮੈਂਬਰ ਨੇ, ਸਰੀਰ ਨੇ ਜਿਹੜੇ ਉਹ ਸਰਹੰਦ ਸ਼ਹਿਰ ਦੇ ਵਿੱਚ ਪਏ ਨੇ, ਪਰ ਸੁਰਤ ਜਿਹੜੀ ਹੈ ਉਹ ਕਰਤੇ ਪੁਰਖ ਮਾਲਕ ਪਰਮਾਤਮਾ ਦੇ ਵਿੱਚ ਲੀਨ ਹੋ ਗਈ। ਵਜ਼ੀਰ ਖਾਨ ਨੇ ਇੱਥੇ ਜ਼ੁਲਮ ਬਸ ਨਹੀਂ ਕੀਤਾ, ਐਲਾਨ ਕਰਵਾ ਦਿੱਤਾ ਵੀ ਇਹਨਾਂ ਸਰੀਰਾਂ ਦੀ ਸੰਭਾਲ ਵੀ ਕਿਸੇ ਨੇ ਨਹੀਂ ਕਰਨੀ। ਜਿਹੜਾ ਸੰਭਾਲ ਕਰੇਗਾ ਉਹਦੇ ਪਰਿਵਾਰ ਦਾ ਵੀ ਇਹੀ ਹਸ਼ਰ ਹੋਏਗਾ। ਪਰ ਵਜ਼ੀਰ ਖਾਨ ਦੇ ਇਸ ਲਲਕਾਰ ਦੇ ਬਾਅਦ ਵੀ ਸਰਹੰਦ ਦੀ ਧਰਤੀ ਉੱਤੇ ਰਹਿਣ ਵਾਲੇ ਭਾਈ ਟੋਡਰ ਮੱਲ ਆਪਣੇ ਘਰ ਪਰਿਵਾਰ ਨੂੰ ਵੇਚ ਵਟ ਕੇ ਧਨ ਇਕੱਠਾ ਕਰਦੇ ਨੇ। ਉਹ ਧਨ ਇਕੱਠਾ ਕਰਕੇ ਇਹਨੇ ਕਿਸੇ ਅਹਿਲਕਾਰ ਨੂੰ ਰਿਸ਼ਵਤ ਦੇ ਦਿੰਦੇ ਨੇ। ਉਹ ਕਹਿੰਦੇ ਨੇ ਮੈਨੂੰ ਇਹਨਾਂ ਲਾਸ਼ਾਂ ਨੂੰ ਸੰਭਾਲ ਲੈਣ ਦਿਓ, ਇਹਨਾਂ ਦੀ ਸੰਭਾਲ ਕਰਨ ਦਾ ਮੌਕਾ ਮੈਨੂੰ ਦੇ ਦਿਓ। ਤੇ ਅੱਗੋਂ ਲਾਲਚ ਦੇ ਵਿੱਚ ਆਇਆ ਉਹ ਅਹਿਲਕਾਰ ਵੀ ਇਹ ਗੱਲ ਕਹਿੰਦਾ ਜਿੰਨੀ ਕੁ ਜਗ੍ਹਾ ਚਾਹੀਦੀ ਹੈ ਨਾ, ਉਨੀ ਕੁ ਸੋਨੇ ਦੀਆਂ ਮੋਹਰਾਂ ਵਿਛਾ ਕੇ ਜਗ੍ਹਾ ਲੈ ਲੈ। ਤੇ ਭਾਈ ਟੋਡਰ ਮੱਲ ਜਦੋਂ ਸਾਰਾ ਆਪਣਾ ਧਨ ਦੌਲਤ ਜਿੰਨਾ ਉਹਨਾਂ ਦੇ ਕੋਲ ਸੀ ਸਾਰਾ ਵੇਚ ਵਟਣ ਤੋਂ ਬਾਅਦ ਆਏ, ਮੋਹਰਾਂ ਚਿਣਨ ਲੱਗੇ ਤੇ ਹੁਣ ਬੇਈਮਾਨੀ ਉਹਦੀ ਵੱਧ ਗਈ। ਕਹਿੰਦਾ ਐਦਾਂ ਲੰਮੀਆਂ ਨਹੀਂ, ਹੁਣ ਕਹਿੰਦਾ ਖੜੀਆਂ ਕਰ ਮੋਹਰਾਂ, ਫਿਰ ਇਹ ਜਿਹੜੀ ਜ਼ਮੀਨ ਹੈ ਸੰਸਕਾਰ ਦੇ ਲਈ ਮਿਲੇਗੀ। ਸੱਚ ਜਾਣਿਓ ਦੁਨੀਆ ਦੇ ਵਿੱਚ ਇਹ ਦੋ ਅਸਥਾਨ ਸਾਡੇ ਐਦਾਂ ਦੇ ਨੇ ਜਿੰਨਾ ਵਰਗਾ ਇਤਿਹਾਸਕ ਸਾਕਾ ਕਿਤੇ ਦੁਨੀਆ ਦੇ ਇਤਿਹਾਸ 'ਚ ਨਹੀਂ ਮਿਲੇਗਾ। ਅੱਲਾ ਯਾਰ ਖਾਂ ਜੋਗੀ चमकौर के बारे लिखता है, कहता हिंद में एक ही तीर्थ है यात्रा के लिए, यहाँ बाप ने बेटे कटाए खुदा के लिए, और दूसरे पासे ये सरहंद की धरती वो धरती है जिस अस्थान के उत्ते साहिबजादियां दा संस्कार किया गया। मोहरा खड़ियां करके जिन्नी जगह चाहिए सी वो जगह लिती गई। प्यारिओ इन्नी महंगी जमीन किसे दे कोले दुनिया दे विच होएगी नहीं। एक बेनती करके मैं समाप्ति करा, बस पहला ही काफी समा हो चुका है। संगत ने बड़ी एकाग्रता बना के रखी है। देखो जदों असी चमकौर साहिब जाने हैं ना, उत्थे जिस अस्थान दे उत्ते जूझ के बाबा अजीत सिंह ते बाबा जुझार सिंह ने शहादत दा जाम पीता ना, उस अस्थान दा नाम है कतलगढ़। कतलगढ़। पर दूसरे पासे जदों असी सरहंद दी धरती ते जाने आ, इत्थे जिस अस्थान ते साहिबजादियां नूं शहीद किया गया उसका नाम है फतेहगढ़। फतेहगढ़।
जद के होना उल्ट चाहिदा सी, क्योंकि साहिबजादे वड्डे ने जेड़े ਉਹ जंग के मैदान विच जित प्राप्त करके शहीद हुए ते इत्थे कतल होया सी, कतल होया सी। पर बड़े सोच विचार तो बाद ये नाम रखे गए, क्योंकि एक वो स्थान थी जिथे साहिबजादे भावें जूझदे ने, पर 40 जाणियां दा 10 लाख दे नाल कोई मुकाबला नहीं बनदा। ये भी एक प्रकार दा कतल ही सी, कतल सी। ते दूसरे पासे भावें साहिबजादियां नूं कतल करन दे लई बथेरे लालच डरावे देण तो बाद वजीर खान ने तैयार कीते सन 2 जलाद, कतल किया गया भावें। पर इस कतल दे बाद भी साहिबजादे इतिहास दे विच सदा दे लई लसानी जिहड़ी जित सी वो दर्ज कर गए। झुका नहीं सकिया वजीर खान, हंकार सी जिहड़ा उहदे अंदर दा भन सुटिया। ਇਹ ਸਾਰੀ ਦੀ ਸਾਰੀ ਵਿਥਿਆ ਜਦੋਂ ਆਕੇ ਨੂਰਾ ਮਾਹੀ ਰਾਏ ਕੋਟ ਦੀ ਧਰਤੀ ਦੇ ਉੱਤੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸੁਣਾਉਂਦਾ ਹੈ। ਸਤਿਗੁਰੂ ਜੀ ਨੇ ਤੀਰ ਦੀ ਨੋਕ ਦੇ ਨਾਲ ਬੂਟਾ ਪੁੱਟ ਕੇ ਕਿਹਾ ਸੀ, ਕਹਿਣ ਲੱਗੇ ਮੁਗਲ ਰਾਜ ਨੇ ਜ਼ੁਲਮ ਦੀ ਇੰਤਹਾ ਕਰ ਦਿੱਤੀ, ਇਹਦੀ ਜੜ ਪੱਟੀ ਗਈ। ਬਾਬਾ ਬੰਦਾ ਸਿੰਘ ਬਹਾਦਰ ਦਾ ਅੱਗੇ ਜ਼ਿਕਰ ਇਤਿਹਾਸ ਵਿੱਚ ਆਉਂਦਾ ਹੈ। ਉਹਨਾਂ ਨੇ ਜੇਤੂ ਹੋ ਕੇ ਜਦੋਂ ਪੰਜਾਬ ਦੀ ਧਰਤੀ ਦੇ ਉੱਤੇ ਪੈਰ ਪਾਇਆ, ਸੰਢੌਰਾ ਜਿੱਤਿਆ, ਸਮਾਣਾ ਜਿੱਤਿਆ, ਕੈਥਲ ਜਿੱਤਿਆ, ਹੋਰ ਕਈ ਇਲਾਕੇ ਜਿੱਤੇ। ਜਦੋਂ ਉਹਨਾਂ ਨੇ ਚੱਪੜ ਚਿੜੀ ਦੇ ਮੈਦਾਨ ਦੇ ਵਿੱਚ ਵਜ਼ੀਰ ਖਾਨ ਦੀਆਂ ਸੈਨਾ ਦੇ ਸਾਹਮਣੇ ਆ ਕੇ ਖੜੇ, ਇੱਕ ਪਾਸੇ ਸਿੱਖ ਸੈਨਾ ਹੈ ਜਿਨ੍ਹਾਂ ਦੇ ਅੰਦਰ ਰੋਹ ਹੈ ਵੀ ਸਰਹੰਦ ਦਾ ਇਹ ਨਵਾਬ ਉਹੀ ਹੈ ਜਿਹਨੇ ਨਿੱਕੇ ਨਿੱਕੇ ਬਾਲਾਂ ਦੇ ਉੱਤੇ ਜ਼ੁਲਮ ਕੀਤਾ। ਦੂਸਰੇ ਪਾਸੇ ਵਜ਼ੀਰ ਖਾਨ ਖੜਾ ਹੈ, ਇਹਨੇ ਨਾਲ ਇਹਨੇ ਧਰਮ ਦਾ ਜਿਹਾਦ ਦਾ ਨਾਰਾ ਲਾ ਕੇ ਬਥੇਰੇ ਇਕੱਠੇ ਕੀਤੇ ਹੋਏ ਨੇ। ਇੱਕ ਪਾਸੇ 10,000 ਨੇ, ਇਹ 40-50,000 ਇਕੱਠੇ ਕਰੀ ਬੈਠਾ ਹੈ। ਬਾਬਾ ਬੰਦਾ ਸਿੰਘ ਬਹਾਦਰ ਨੇ ਜਦੋਂ ਸਾਹਮਣੇ ਖੜਿਆ ਦੇਖਿਆ, ਲਲਕਾਰ ਕੇ ਸਿੱਖਾਂ ਨੂੰ ਕਹਿੰਦੇ ਨੇ, ਕਹਿੰਦੇ ਉਹ ਖੜਾ ਵਜੀਦਾ ਜਿਹਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬੱਚਿਆਂ ਨੂੰ ਸਰਹੰਦ ਦੀਆਂ ਦੀਵਾਰਾਂ ਵਿੱਚ ਚਣਵਾਇਆ ਸੀ। ਸਿੰਘੋ ਇਤਿਹਾਸ ਦੇ ਵਿੱਚ ਇਸ ਦਾ ਨਾਮੋ ਨਿਸ਼ਾਨ ਨਹੀਂ ਰਹਿਣਾ ਚਾਹੀਦਾ। ਸਿੰਘਾਂ ਦੇ ਡੋਲੇ ਫੜ ਕੇ ਲਾਲ ਹੋਈਆਂ ਅੱਖਾਂ, ਉਹ ਤਲਵਾਰ ਸਿੰਘਾਂ ਨੇ ਜੰਗ ਦੇ ਮੈਦਾਨ ਵਿੱਚ ਵਾਹੀ। ਇਸ ਜੰਗ ਦੇ ਮੈਦਾਨ ਵਿੱਚ ਵਜ਼ੀਰ ਖਾਨ ਦੀ ਹਾਰ ਹੋਈ, ਸਰਹੰਦ ਦੀ ਇੱਟ ਨਾਲ ਇੱਟ ਖੜਕਾ ਦਿੱਤੀ ਗਈ। ਸਾਹਿਬਜ਼ਾਦੇ ਜਿਹੜੇ ਸਨ ਇਸ ਧਰਤੀ ਦੇ ਉੱਤੇ ਜਿੱਥੇ ਆਪਣਾ ਖੂਨ ਡੋਲ ਕੇ ਗਏ ਸਨ, ਉਸ ਧਰਤੀ ਦੇ ਉੱਪਰ ਆ ਕੇ ਅੱਗੇ ਅਸਥਾਨਾਂ ਦੀ ਭਾਲ ਕੀਤੀ ਗਈ, ਉਹ ਅਸਥਾਨ ਬਣਵਾਏ ਗਏ। ਸਤਿਗੁਰੂ ਜੀ ਭਾਈ ਕਿਰਪਾ ਰਹਿਮਤ ਕਰਨ। ਅਸੀਂ ਜੇ ਅੱਜ ਉਹਨਾਂ ਦੇ ਇਤਿਹਾਸ ਨੂੰ ਸੁਣਿਆ, ਉਹਨਾਂ ਦੇ ਬਚਨਾਂ ਨੂੰ ਸੁਣਿਆ, ਇਹ ਬਚਨਾਂ ਨੂੰ ਸੁਣ ਕੇ ਜ਼ਿੰਦਗੀ ਦੇ ਵਿੱਚ ਮੰਨੀਏ ਪਿਆਰਿਓ। ਅੱਜ ਸੋ ਅੰਤਮ ਆਪ ਜੀ ਦੇ ਨਾਲ ਰਾਤਰੀ ਦੇ ਦੀਵਾਨ ਦੀ ਸਾਂਝ ਸੀ। ਸੋ ਸਤਿਗੁਰੂ ਜੀ ਭਾਈ ਕਿਰਪਾ ਰਹਿਮਤ ਕਰਨ। ਬਚਨ ਗੁਰੂ ਕੇ ਜਾਣ ਕੇ ਹਿਰਦੇ ਰੂਪੀ ਘਰਾਂ 'ਚ ਵਸਾਇਓ। ਭੁੱਲਾਂ ਗਲਤੀਆਂ ਦਾਸਰੀ ਦੀ ਝੋਲੀ ਵਿੱਚ ਟਾਈਮ ਮੈਂ ਕਾਫੀ ਜ਼ਿਆਦਾ ਵੱਧ ਲੈ ਗਿਆ, ਪਰ ਸੰਗਤ ਪਿਆਰ ਨਾਲ ਬੈਠੀ ਸੀ ਔਰ ਦੂਸਰਾ ਅੰਤਮ ਦਿਨ ਸੀ ਤੇ ਮੈਂ ਚਾਹੁੰਦਾ ਸੀ ਵੀ ਇਹ ਜੋ ਇਤਿਹਾਸਿਕ ਲੜੀ ਆਪਾਂ ਸ਼ੁਰੂ ਕੀਤੀ ਹੈ ਇਹਨੂੰ ਸੰਪੂਰਨ ਕਰ ਸਕੀਏ। ਮੈਂ ਮਾਫੀ ਮੰਗਦਾ ਜੀ, ਭੁੱਲਾਂ ਗਲਤੀਆਂ ਦੀ ਖਿਮਾ। ਆਪ ਜੀ ਦੇ ਨਗਰ ਵਿੱਚ ਵਿਚਰਦੇ ਹਾਂ, ਸੰਗਤ ਦੇ ਨਾਲ ਵਚਨ ਵਿਲਾਸ ਕਰਦੇ ਹਾਂ। 7 ਦਿਨਾਂ ਦੌਰਾਨ ਕੋਈ ਵੀ ਭੁੱਲ ਗਲਤੀ ਹੋ ਗਈ ਹੋਵੇ, ਜੱਥੇ ਦੇ ਕਿਸੇ ਵੀ ਸਿੰਘ ਪਾਸੋਂ ਅਣਜਾਣ ਬੱਚੇ ਸਮਝ ਕੇ ਮਾਫ ਕਰਨਾ। ਸਵੇਰੇ ਖੰਡੇ ਬਾਟੇ ਦਾ ਅੰਮ੍ਰਿਤ ਸੰਚਾਰ ਸਮਾਗਮ ਹੈ। ਸਮੂਹੀ ਸਾਧ ਸੰਗਤਾਂ ਨੂੰ ਬੇਨਤੀ ਹੈ ਕਿ ਭਾਈ ਸੱਚੀ ਸ਼ਰਧਾਂਜਲੀ ਹੋਏਗੀ ਸਾਹਿਬਜ਼ਾਦਿਆਂ ਨੂੰ ਸਾਡੀ, ਜੇ ਅਸੀਂ ਖੰਡੇ ਬਾਟੇ ਦਾ ਅੰਮ੍ਰਿਤ ਛਕ ਕੇ ਸਤਿਗੁਰੂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਸਿੰਘ ਸਜੀਏ। ਭੁੱਲਾਂ ਗਲਤੀਆਂ ਦੀ ਮਾਫੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।